ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਸਿੱਖ ਇਤਿਹਾਸ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਲੇਖਕ ਖੁਸ਼ਵੰਤ ਸਿੰਘ, ਪੰਨਾ ਨੰਬਰ 418। ਰਾਜ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ 7 ਏਕੜ ਜਾਂ ਘੱਟ ਦੇ ਭੂਮੀ ਮਾਲਕਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਸਮੇਤ 51 ਸੂਤਰੀ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ। ਬਾਦਲ ਦੀ ਅਗਵਾਈ ਵਾਲੀ ਵਿਰੋਧੀ ਅਕਾਲੀ ਪਾਰਟੀ ਨੇ ਸਾਰੇ ਕਿਸਾਨਾਂ ਨੂੰ, ਭਾਵੇਂ ਉਹ ਕਿਤਨੀ ਵੀ ਜ਼ਮੀਨ ਦੇ ਮਾਲਕ ਹੋਣ, ਮੁਫਤ ਬਿਜਲੀ ਦੇਣ ਦਾ ਵੱਧ ਕੇ ਐਲਾਨ ਕਰ ਦਿੱਤਾ। ਚੋਣ ਜੂਆ ਭੱਠਲ ਤੇ ਉਹਦੀ ਪਾਰਟੀ ਦੇ ਪੂਰੀ ਤਰ੍ਹਾਂ ਵਿਰੁੱਧ ਸੀ। ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ, ਜੋ ਕਥਿਤ ਤੌਰ ਤੇ ਨਾਰਾਜ਼ ਸੀ, ਉਸ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਹੀ ਯੂਥ ਕਾਂਗਰਸ ਦੇ ਮਨਿੰਦਰ ਸਿੰਘ ਬਿੱਟਾ ਨੇ ਵੀ ਇਨਕਾਰ ਕਰਕੇ ਬਾਦਲ ਨੂੰ ਪੂਰਵ ਅਨੁਮਾਨਿਤ ਤੇ ਸੰਭਾਵੀ ਜਿੱਤ ਤੇ ਬਾਗੀਆਂ ਪਾਉਣ ਦਾ ਮੌਕਾ ਦੇ ਦਿੱਤਾ। ਮੁੱਖ ਚੋਣ ਕਮਿਸ਼ਨਰ ਮਨੋਹਰ ਸਿੰਘ ਗਿੱਲ ਨੇ ਉਮੀਦ ਤੋਂ 1 ਮਹੀਨਾ ਪਹਿਲਾਂ ਹੀ 7 ਮਾਰਚ ਨੂੰ ਚੋਣਾਂ ਦਾ ਐਲਾਨ ਕਰਕੇ ਕਾਂਗਰਸ ਦੀਆਂ ਚੋਣ ਸੰਭਾਵਨਾਵਾਂ ਨੂੰ ਉਲਟ-ਪੁਲਟ ਕਰ ਦਿੱਤਾ। ਪਾਰਟੀ ਦੇ ਪੁਨਰਗਠਜੋੜ ਤੇ ਸੰਭਾਵੀ ਜੇਤੂ ਉਮੀਦਵਾਰਾਂ ਦੀ ਭਾਲ ਦੇ ਯਤਨ ਤੇਜ਼ ਹੋ ਗਏ। ਕਾਂਗਰਸ ਸਾਥੀ ਤੇ ਸਹਿਯੋਗੀ ਦਲਾਂ ਨੂੰ ਨਾਲ ਲੈਣ ਵਿੱਚ ਅਸਫਲ ਰਹੀ। ਇੱਥੋਂ ਤੱਕ ਦੋਵੇਂ ਕਮਿਊਨਿਸਟ ਪਾਰਟੀਆਂ ਵੀ ਕਾਂਗਰਸ ਦੀ ਅਗਵਾਈ ਵਾਲੇ ਧਰਮ ਨਿਰਪੱਖ ਮੁਹਾਜ਼ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਗਈਆਂ। ਅਨੁਸੂਚਿਤ ਜਾਤੀ ਦੀ 28% ਵੋਟ ਸੀ ਤੇ ਉਹ ਚੋਣ ਲੜ ਰਹੀਆਂ ਦੋ ਮੁੱਖ ਵਿਰੋਧੀ ਪਾਰਟੀਆਂ ਦੀ ਕਿਸਮਤ ਨੂੰ ਪ੍ਰਭਾਵਿਤ ਕਰ ਸਕਦੀ ਸੀ, ਪਰੰਤੂ ਉਹਨਾਂ ਨੇ ਕਿਸੇ ਵੀ ਧਿਰ ਦਾ ਸਾਥ ਨਾ ਦਿੱਤਾ, ਕਿਉਂਕਿ ਉਹਨਾਂ ਦੇ ਨੇਤਾ ਕਾਸ਼ੀ ਰਾਮ ਨੇ ਇਕੱਲਿਆਂ ਹੀ ਚੋਣਾਂ ਲੜਨ ਦਾ ਫੈਸਲਾ ਕਰ ਲਿਆ। ਜਦੋਂ ਉਮੀਦਵਾਰਾਂ ਦੀ ਚੋਣ ਦਾ ਸਵਾਲ ਸਾਹਮਣੇ ਆਇਆ ਤਾਂ ਅਕਾਲੀਆਂ ਅਤੇ ਕਾਂਗਰਸ ਵਿੱਚ ਕੋਈ ਫਰਕ ਨਹੀਂ ਸੀ। ਦੋਹਾਂ ਨੇ ਹੀ ਆਪਣੇ ਰਿਸ਼ਤੇਦਾਰਾਂ ਤੇ ਜਿਗਰੀ ਦੋਸਤੀ ਨੂੰ ਪਹਿਲ ਦਿੱਤੀ ਤੇ ਜਿਵੇਂ ਪੰਜਾਬੀ ਕਹਿੰਦੇ ਹਨ, ਪਹਿਲੀ ਵਾਰੀ ਭਾਈ ਦੀ, ਫਿਰ ਜਵਾਈ ਦੀ ਤੇ ਫਿਰ ਲੁਕਾਈ ਦੀ, ਭਾਵ ਦੂਸਰਿਆਂ ਦੀ। ਇਹ ਦੋਸ਼ ਲਾਇਆ ਗਿਆ ਕਿ ਬਾਦਲ ਨੇ ਵੀ ਆਪਣੇ ਰਿਸ਼ਤੇਦਾਰਾਂ ਨੂੰ ਪਹਿਲ ਦਿੱਤੀ ਸੀ। ਜਿਵੇਂ ਬਲਰਾਮ ਜਾਖੜ ਨੇ ਆਪਣੇ ਰਿਸ਼ਤੇਦਾਰਾਂ ਨੂੰ ਤਰਜੀਹ ਦਿੱਤੀ, ਉਸ ਨੇ ਅਮਰਿੰਦਰ ਸਿੰਘ ਪਟਿਆਲਾ ਨੂੰ ਵੀ ਲਾਂਭੇ ਰੱਖਿਆ, ਕਿਉਂਕਿ ਉਸ ਦਾ ਖਿਆਲ ਸੀ ਕਿ ਉਹ ਉਸ ਦੀ ਅਗਵਾਨੀ ਨੂੰ ਇੱਕ ਮਜ਼ਬੂਤ ਦਾਅਵੇਦਾਰ ਬਣ ਕੇ ਵੰਗਾਰ ਦੇ ਸਕਦਾ ਸੀ। ਪੰਜਾਬੀਆਂ ਨੇ ਮਹਿਸੂਸ ਕੀਤਾ ਕਿ ਕਾਂਗਰਸ ਪਾਰਟੀ ਦੀ ਗੈਰ ਸੰਪਰਦਾਇਕ ਧਰਮ ਨਿਰਪੇਖਤਾ ਨਾਲੋਂ ਅਕਾਲੀ ਭਾਜਪਾ ਗੱਠਜੋੜ ਹਿੰਦੂਆਂ ਸਿੱਖਾਂ ਵਿੱਚ ਧਾਰਮਿਕ ਤਾਲਮੇਲ ਨੂੰ ਵਧੇਰੇ ਯਕੀਨੀ ਬਣਾ ਸਕਦਾ ਸੀ। ਚੋਣਾਂ ਵਿੱਚ 69% ਵੋਟਾਂ ਭੁਗਤੀਆਂ। ਅਕਾਲੀ ਭਾਜਪਾ ਗੱਠਜੋੜ ਨੇ 117 ਵਿੱਚੋਂ 97 ਸੀਟਾਂ ਤੇ ਹੁੰਜਾ ਫੇਰੂ ਜਿੱਤ ਪ੍ਰਾਪਤ ਕਰ ਲਈ ਤੇ ਕਾਂਗਰਸ ਸਿਰਫ 14 ਸੀਟਾਂ ਜਿੱਤ ਕੇ ਦੂਸਰੇ ਨੰਬਰ ਤੇ ਰਹੀ, ਜਦੋਂ ਕਿ BSP ਨੂੰ 1, ਅਕਾਲੀ ਦਲ ਮਾਨ ਨੂੰ 1, CPI ਨੂੰ 2 ਤੇ 6 ਆਜ਼ਾਦ ਜਿੱਤੇ। ਬਾਦਲ ਮੁੱਖ ਮੰਤਰੀ ਚੁਣਿਆ ਗਿਆ। ਰਾਜ ਦਾ ਸ਼ਾਸਨ ਚਲਾਉਣ ਦੇ ਨਾਲ-ਨਾਲ ਬਾਦਲ ਨੂੰ ਬਚੇ-ਖੁਚੇ ਖਾੜਕੂ ਦਲਾਂ ਤੇ ਮਨੁੱਖੀ ਅਧਿਕਾਰ ਕਾਰਜ ਕਰਤਾਵਾਂ ਦਾ ਸਾਹਮਣਾ ਵੀ ਕਰਨਾ ਪਿਆ, ਜੋ ਪੁਲਿਸ ਜ਼ਿਆਦਤੀਆਂ ਦੇ ਠੋਸ ਸਬੂਤ ਪੇਸ਼ ਕਰ ਰਹੇ ਸਨ ਤੇ ਉਹਨਾਂ ਵਿਰੁੱਧ ਲੜਨ ਵਿੱਚ ਰੁੱਝੇ ਹੋਏ ਸਨ। ਪਾਕਿਸਤਾਨ ਸਥਿਤ ਵਧਾਵਾ ਸਿੰਘ ਬੱਬਰ ਖਾਲਸਾ ਦੇ 53 ਲੜਾਕੂਆਂ ਦਾ ਨੇਤਾ ਸੀ। ਪਰਮਜੀਤ ਸਿੰਘ ਪੰਜਵੜੀ ਖਾਲਿਸਤਾਨ ਕਮਾਂਡੋ ਫੋਰਸ ਦੇ 48 ਖਾੜਕੂਆਂ ਦਾ ਨੇਤਾ ਸੀ। ਖਾਲਿਸਤਾਨ ਲਿਬਰੇਸ਼ਨ ਫਰੰਟ ਦੇ 38 ਲੜਾਕੂਆਂ ਦੀ ਅਗਵਾਈ DS ਲੋਹਾਰਾ ਕਰ ਰਿਹਾ ਸੀ, ਜਿਸ ਨੂੰ ਅਮਰੀਕਾ ਵਿੱਚੋਂ ਕੱਢ ਕੇ ਦੇਸ਼ ਵਾਪਸ ਭੇਜ ਦਿੱਤਾ ਗਿਆ ਸੀ ਤੇ ਉਹ ਹੁਣ ਜੇਲ੍ਹ ਵਿੱਚ ਸੀ। ਵਸਣ ਸਿੰਘ ਦੀ ਅਗਵਾਈ ਵਿੱਚ ਖਾਲਸਾ ਕਮਾਂਡੋ ਫੋਰਸ ਦੇ 8 ਖਾੜਕੂ ਸਵਿਟਜ਼ਰਲੈਂਡ ਵਿੱਚ ਸਨ ਤੇ PS ਸੇਖੋਂ ਦੀ ਅਗਵਾਈ ਵਿੱਚ ਖਾਲਸਾ ਲਿਬਰੇਸ਼ਨ ਫਰੰਟ ਦੇ 12 ਖਾੜਕੂ ਪਾਕਿਸਤਾਨ ਨੂੰ ਅੱਡਾ ਬਣਾਈ ਬੈਠੇ ਸਨ।
ਇਹ ਗੁੱਟ ਅਜੇ ਵੀ ਭਾਰੀ ਨੁਕਸਾਨ ਕਰਨ ਦੇ ਸਮਰੱਥ ਸਨ। ਇਸ ਦਾ ਸਬੂਤ 8 ਜੁਲਾਈ ਨੂੰ ਬਠਿੰਡਾ ਨੇੜੇ ਗੱਡੀ ਵਿੱਚ ਧਮਾਕਾ ਕਰਕੇ ਦੇ ਦਿੱਤਾ ਗਿਆ ਸੀ, ਜਿਸ ਵਿੱਚ 38 ਆਦਮੀ ਮਾਰੇ ਗਏ ਸਨ ਤੇ 61 ਜ਼ਖਮੀ ਹੋ ਗਏ ਸਨ। ਇਸ ਸਮੇਂ ਹੀ ਮਨੁੱਖੀ ਅਧਿਕਾਰ ਕਾਰਜਕਰਤਾਵਾਂ ਨੇ ਇੱਕ ਰਿਪੋਰਟ ਛਾਪੀ, ਜਿਸ ਦਾ ਸਿਰਲੇਖ ਸੀ ਸਾੜ ਕੇ ਸੁਆਹ ਕਰ ਦਿੱਤੇ ਗਏ। ਇਸ ਵਿੱਚ ਪੁਲਿਸ ਤੇ ਇਹ ਦੋਸ਼ ਲਾਇਆ ਗਿਆ ਕਿ ਇਸਨੇ ਅੰਮ੍ਰਿਤਸਰ, ਤਰਨਤਾਰਨ ਤੇ ਹੋਰਨਾਂ ਥਾਵਾਂ ਤੇ ਅਕਾਰਨ ਹੀ 2026 ਖਾੜਕੂਆਂ ਤੇ ਉਹਨਾਂ ਦੇ ਹਮਦਰਦਾਂ ਨੂੰ ਮਾਰ ਕੇ ਸਾੜ ਦਿੱਤਾ ਸੀ। ਉਹਨਾਂ ਵਿੱਚੋਂ ਵਧੇਰੇ ਸਰਗਰਮ ਜਸਵੰਤ ਸਿੰਘ ਖਾਲੜਾ ਸੀ, ਜਿਸ ਨੂੰ ਅੰਮ੍ਰਿਤਸਰ ਤੋਂ ਉਹਦੇ ਘਰੋਂ ਹੀ ਚੁੱਕ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧ ਵਿੱਚ ਕੁਝ ਬਹਾਦਰੀ ਲਈ ਸਨਮਾਨਿਤ ਵਿਅਕਤੀਆਂ ਸਮੇਤ 9 ਪੁਲਿਸੀਏ ਗ੍ਰਿਫਤਾਰ ਕੀਤੇ ਗਏ। ਉਹਨਾਂ ਵਿੱਚ ਅੰਮ੍ਰਿਤਸਰ ਵਿੱਚ 2 ਵਾਰ ਰਿਹਾ SSP ਅਜੀਤ ਸਿੰਘ ਸੰਧੂ ਵੀ ਸੀ, ਜਿਸ ਨੇ ਮਗਰੋਂ ਹਿਮਾਲਾ ਕੁਈਨ ਗੱਡੀ ਅੱਗੇ ਛਾਲ ਮਾਰ ਕੇ ਆਤਮਘਾਤ ਕਰ ਲਿਆ ਸੀ। ਬਾਦਲ ਨੇ ਕੈਲੀਫੋਰਨੀਆ ਦੇ ਆੜੂ ਦੇ ਬਾਗਾਂ ਵਾਲੇ ਢਨਾੜ ਕਿਸਾਨ ਦੀਦਾਰ ਸਿੰਘ ਬੈਂਸ ਨੂੰ ਆਪਣੇ ਨਾਲ ਮਿਲਾ ਕੇ ਕਾਫੀ ਲਾਭ ਪ੍ਰਾਪਤ ਕੀਤਾ, ਕਿਉਂਕਿ ਉਸਨੇ ਹੀ ਨੀਲਾ ਤਾਰਾ ਸਾਕਾ ਪਿੱਛੋਂ ਵਿਸ਼ਵ ਸਿੱਖ ਸੰਸਥਾ ਦੀ ਨੀਂਹ ਰੱਖੀ ਸੀ। ਬਾਦਲ ਨੇ ਉਸ ਨੂੰ ਪੰਜਾਬ ਵਿੱਚ ਬੁਲਾਇਆ ਤੇ ਪੰਜਾਬ ਦੇ ਅਸਲੀ ਹਾਲਾਤ ਤੋਂ ਜਾਣੂ ਕਰਵਾਇਆ। ਇਸ ਸਮੇਂ ਪੱਛਮ ਵਿੱਚ ਗੁਰਮੀਤ ਸਿੰਘ ਔਲਖ ਹੀ ਇੱਕ ਐਸਾ ਵਿਅਕਤੀ ਹੈ ਜੋ ਸੰਯੁਕਤ ਰਾਜ ਵਿੱਚ ਰਹਿ ਕੇ ਖਾਲਿਸਤਾਨ ਦੇ ਮਸਲੇ ਨੂੰ ਉਠਾ ਰਿਹਾ ਹੈ। ਪੰਜਾਬ ਵਿੱਚ ਹਾਲਾਤ ਆਮ ਵਰਗੇ ਹੋਣ ਦੀ ਨਿਸ਼ਾਨੀ ਤੇ ਸਬੂਤ ਵਜੋਂ ਦਰਬਾਰ ਸਾਹਿਬ ਵਿੱਚ ਮਲਿਕਾ ਐਲਿਜ਼ਾਬੈਥ ਤੇ ਉਹਦੇ ਪਤੀ ਡਿਊਕ ਆਫ ਏਡਿਨਬਰਗ ਦੀ ਯਾਤਰਾ ਸੀ। ਦੰਪਤੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਕਿਸੇ ਸਮੇਂ ਸਿੱਖ ਵੀ ਦੂਸਰੇ ਭਾਰਤੀਆਂ ਵਾਂਗ ਬਰਤਾਨਵੀ ਪਰਜਾ ਸਨ, ਪਰ ਸਿੱਖ ਭਾਈਚਾਰੇ ਦੇ ਲਗਭਗ 4 ਲੱਖ ਲੋਕ ਬਰਤਾਨਵੀ ਨਾਗਰਿਕ ਹਨ ਤੇ ਬਰਤਾਨਵੀ ਪਾਰਲੀਮੈਂਟ ਵਿੱਚ ਉਹਨਾਂ ਦੇ ਮੈਂਬਰ ਦੀ ਨੁਮਾਇੰਦਗੀ ਕਰਦੇ ਹਨ। ਦਲ ਬਦਲੀ ਤੇ ਆਪਣੇ ਸਹਿਯੋਗੀਆਂ ਨੂੰ ਅੱਧ ਵਿਚਾਲੇ ਧੱਕਾ ਦੇਣ ਦੀ ਭਾਰਤੀ ਸਿਆਸਤਦਾਨਾਂ ਦੀ ਆਮ ਪ੍ਰਵਿਰਤੀ ਹੈ ਤੇ ਪੰਜਾਬ ਦੇ ਸਿਆਸਤਦਾਨਾਂ ਵਿੱਚ ਕੋਈ ਵੱਖਰੀ ਪ੍ਰਵਿਰਤੀ ਨਹੀਂ ਹੈ। ਮਿਸਾਲ ਵਜੋਂ ਬੂਟਾ ਸਿੰਘ ਨੇ ਭਾਜਪਾ ਦੇ ਗਲਬੇ ਵਾਲੀ ਕੇਂਦਰੀ ਸਰਕਾਰ ਵਿੱਚ ਸ਼ਾਮਿਲ ਹੋ ਕੇ ਮੰਤਰੀ ਦੀ ਪਦਵੀ ਸਾਂਭ ਲਈ। ਬਾਦਲ ਵੱਲੋਂ ਅਣਗੌਲਿਆ ਕਰਨ ਤੇ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਿਆ। ਉਹ ਚੋਰ ਮੋਰੀ ਰਾਹੀਂ ਕਾਂਗਰਸ ਵਿੱਚ ਦਾਖਲ ਹੋਇਆ। ਇੱਕ ਗੈਰ ਸਰਕਾਰੀ ਸੰਸਥਾ ਇੰਟਾਚ ਦੀ ਬਰਤਾਨਵੀ ਨੈਸ਼ਨਲ ਟਰੱਸਟ ਦੇ ਨਮੂਨੇ ਤੇ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਲਾ, ਸੱਭਿਆਚਾਰ ਤੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਕਲਪਨਾ ਕੀਤੀ ਸੀ ਤੇ ਇਸ ਦੀ ਵਾਰੀ-ਵਾਰੀ ਪ੍ਰਧਾਨਗੀ ਰਾਜੀਵ ਗਾਂਧੀ, ਪਿਊਪਲ ਜੈਕਾਰ ਤੇ ਭਾਸਕਰ ਘੋਸ਼ ਤੇ ਸਕੱਤਰ ਸੂਚਨਾ ਤੇ ਪ੍ਰਸਾਰਣ ਵਿਭਾਗ ਕਰਦੇ ਰਹੇ ਸਨ। ਇਸ ਦਾ 5 ਕਰੋੜ ਦਾ ਛੋਟਾ ਜਿਹਾ ਬਜਟ ਸੀ ਤੇ ਇਹ ਕਦੇ-ਕਦੇ ਪੁਰਾਤਨ ਇਮਾਰਤਾਂ ਤੇ ਸਮਾਰਕ ਚਿੰਨ੍ਹਾਂ ਬਾਰੇ ਨਜਾਇਜ਼ ਕਬਜ਼ਿਆਂ ਵਿਰੁੱਧ ਸ਼ਿਕਾਇਤਾਂ ਤੇ ਇਤਰਾਜ਼ ਸੁਣਦੀ ਸੀ। ਸਾਲ ਮਗਰੋਂ ਪਦ ਅਧਿਕਾਰੀਆਂ ਦੀ ਚੋਣ ਕਰਨ ਲਈ ਆਮ ਇਜਲਾਸ ਬੁਲਾਇਆ ਜਾਂਦਾ ਸੀ, ਪਰੰਤੂ ਇਸ ਦੀ ਅਕਤੂਬਰ ਵਿੱਚ ਹੋਈ ਮੀਟਿੰਗ ਵਿੱਚ ਜਦੋਂ ਘੋਸ਼ ਨੂੰ ਦੁਬਾਰਾ ਆਪਣੇ ਪ੍ਰਧਾਨ ਚੁਣੇ ਜਾਣ ਦੀ ਉਮੀਦ ਸੀ, ਉਹਦੇ ਲਈ ਇੱਕ ਹੈਰਾਨੀ ਵਾਲੀ ਘਟਨਾ ਵਾਪਰੀ। ਕਿਹਾ ਗਿਆ ਸੀ ਕਿ ਅਮਰਿੰਦਰ ਸਿੰਘ ਪੰਜਾਬ ਵਿੱਚੋਂ 100 ਨਵੇਂ ਭਰਤੀ ਹੋਏ ਮੈਂਬਰ ਲੈ ਕੇ ਪਹੁੰਚਿਆ ਤੇ ਪ੍ਰਧਾਨ ਵਜੋਂ ਉਸਨੇ ਆਪਣੀ ਚੋਣ ਕਰਵਾ ਲਈ। ਘੋਸ਼ ਨੇ ਸਹਿਜ ਤੇ ਖੂਬਸੂਰਤੀ ਨਾਲ ਪ੍ਰਸਥਾਨ ਕਰ ਲਿਆ, ਪਰ ਨਾਲ ਹੀ ਇੱਕ ਤਾਨੇ ਭਰੀ ਟਿੱਪਣੀ ਵੀ ਕੀਤੀ। ਜੇ ਪੰਜਾਬ ਵਿੱਚ ਸੱਭਿਆਚਾਰ ਤੇ ਵਿਰਸੇ ਨਾਲ ਇਤਨੀ ਦਿਲਚਸਪੀ ਤੇ ਮੋਹ ਹੈ ਤਾਂ ਮੁਲਕ ਦੇ ਲਈ ਸ਼ੁਭ ਸ਼ਗਨ ਹੈ। ਤਰਾਈ ਵਿੱਚ ਵਸੇ ਹੋਏ ਪੰਜਾਬੀਆਂ ਨੇ ਮਾੜਾ ਮੋਟਾ ਖਰਦੂ ਤੇ ਹੱਲਾ ਗੁੱਲਾ ਮਚਾ ਦਿੱਤਾ। ਇਹ ਪਹਿਲਾਂ ਜੰਗਲ ਸੀ ਜੋ ਜੰਗਲੀ ਜਾਨਵਰਾਂ ਤੇ ਮਲੇਰੀਆ ਦੇ ਭਰੇ ਹੋਏ ਦਲਦਲੀ ਟੋਭਿਆਂ ਨਾਲ ਭਰਪੂਰ ਸੀ। ਉਸ ਸਮੇਂ ਦੇ ਮੁੱਖ ਮੰਤਰੀ ਗੋਬਿੰਦ ਵੱਲਭ ਪੰਤ ਨੇ ਪਾਕਿਸਤਾਨ 'ਚੋਂ ਆਏ ਪੰਜਾਬੀ ਤੇ ਬੰਗਾਲੀ ਸ਼ਰਨਾਰਥੀਆਂ ਨੂੰ ਉਹ ਜ਼ਮੀਨ ਆਬਾਦ ਕਰਨ ਤੇ ਆ ਕੇ ਵਸ ਜਾਣ ਦਾ ਸੱਦਾ ਦਿੱਤਾ ਸੀ।
ਪੰਜਾਬ ਦੇ ਉਤਸ਼ਾਹੀ ਤੇ ਮਿਹਨਤੀ ਕਿਸਾਨਾਂ ਨੇ ਛੇਤੀ ਹੀ ਸਾਰੇ ਹੀ ਇਲਾਕੇ ਨੂੰ ਭਰਪੂਰ ਫਸਲਾਂ ਦੇ ਖੇਤਰ ਵਿੱਚ ਤਬਦੀਲ ਕਰ ਦਿੱਤਾ ਤੇ ਉੱਥੇ ਖੰਡ ਮਿੱਲਾਂ ਤੇ ਸਹਾਇਕ ਕਾਰਖਾਨੇ ਲੱਗ ਗਏ। ਉੱਥੋਂ ਦੇ ਵੱਡੇ ਨਗਰ ਦਾ ਨਾਮ 1919 ਨੂੰ ਹੋਏ ਜਲਿਆਂਵਾਲੇ ਬਾਗ ਦੇ ਕਤਲਾਮ ਦੇ ਜ਼ਿੰਮੇਵਾਰ ਤੋਂ ਬਦਲਾ ਲੈਣ ਲਈ ਘਾਤ ਕਰਨ ਵਾਲੇ ਊਧਮ ਸਿੰਘ ਦੇ ਨਾਮ ਤੇ ਊਧਮ ਸਿੰਘ ਨਗਰ ਰੱਖਿਆ ਗਿਆ। ਜਦੋਂ 1998 ਵਿੱਚ ਉੱਤਰਾਂਚਲ ਬਣਾਇਆ ਗਿਆ ਤਾਂ ਊਧਮ ਸਿੰਘ ਨਗਰ ਵੀ ਨਵੇਂ ਪ੍ਰਾਂਤ ਦਾ ਹਿੱਸਾ ਬਣ ਗਿਆ। ਉਹਨਾਂ ਪੰਜਾਬੀ ਪ੍ਰੇਮੀਆਂ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਜਿਨ੍ਹਾਂ ਨੇ ਆਦਿਵਾਸੀਆਂ ਦੀਆਂ ਜ਼ਮੀਨਾਂ 'ਤੇ ਨਜਾਇਜ਼ ਅਧਿਕਾਰ ਕਰਕੇ ਕਾਨੂੰਨ ਅਨੁਸਾਰ ਮਿਥੀ ਹੋਈ 18 ਏਕੜ ਤੋਂ ਵੱਧ ਭੂਮੀ ਬਣਾ ਲਈ ਹੋਈ ਸੀ। ਕੇਂਦਰੀ ਸਰਕਾਰ ਨੇ ਇਸ ਅੰਦੋਲਨ ਦੀ ਕੋਈ ਪਰਵਾਹ ਨਾ ਕੀਤੀ। ਊਧਮ ਸਿੰਘ ਨਗਰ ਉੱਤਰਾਂਚਲ ਦਾ ਹਿੱਸਾ ਬਣਿਆ ਰਿਹਾ। ਸੁਰਜੀਤ ਸਿੰਘ ਬਰਨਾਲਾ ਨੂੰ ਰਿਆਸਤ ਦਾ ਪਹਿਲਾ ਰਾਜਪਾਲ ਨਿਯੁਕਤ ਕਰ ਦਿੱਤਾ ਗਿਆ। 1999 ਦਾ ਸਾਲ ਗੁਰੂ ਗੋਬਿੰਦ ਸਿੰਘ ਵੱਲੋਂ 13 ਅਪ੍ਰੈਲ 1699 ਨੂੰ ਸਾਜੇ ਹੋਏ ਖਾਲਸਾ ਪੰਥ ਦੀ ਤੀਸਰੀ ਸ਼ਤਾਬਦੀ ਦਾ ਵਰ੍ਹਾ ਸੀ। ਇਸ ਨੂੰ ਵੱਡੀ ਪੱਧਰ 'ਤੇ ਮਨਾਉਣ ਦਾ ਯੋਗ ਤੇ ਉਚਿਤ ਕਾਰਨ ਵੀ ਸੀ ਤਾਂ ਜੋ ਸਿੱਖ ਵੰਸ਼ਾਂ ਨੂੰ ਆਪਣੀ ਰਿਆਸਤ ਤੋਂ ਜਾਣੂ ਕਰਵਾਇਆ ਜਾ ਸਕੇ। ਬਾਦਲ ਨੇ ਪਹਿਲਾਂ ਇਸਰਾਏਲ ਦੀ ਯਾਤਰਾ ਕੀਤੀ ਤੇ ਉਹ ਯਹੂਦੀਆਂ ਉੱਪਰ ਨਾਜ਼ੀਆਂ ਵੱਲੋਂ ਮਜ਼ਲੂਮ ਲੋਕਾਂ ਦੇ ਕਤਲਾਮ ਦੀ ਯਾਦ ਵਿੱਚ ਬਣਾਏ ਗਏ ਯਾਦ ਵਾਸਮ ਨੂੰ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ ਸੀ। ਬਾਦਲ ਨੇ ਅਨੰਦਪੁਰ ਸਾਹਿਬ ਵਿੱਚ ਉਸ ਸਮੇਂ ਦੇ ਵਿੱਤੀ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਅਗਵਾਈ ਵਿੱਚ ਖਾਲਸਾ ਵਿਰਾਸਤ ਯਾਦਗਾਰੀ ਕਮੇਟੀ ਨਿਯੁਕਤ ਕਰ ਦਿੱਤੀ ਤੇ ਬੋਸਟਨ ਵਿੱਚ ਰਹਿੰਦੇ ਭਵਨ ਨਿਰਮਾਤਾ ਸ਼ੋਸ਼ੇ ਸਫਦੀ ਨੂੰ ਸਿੱਖਾਂ ਲਈ ਯਾਦ ਵਾਸਮ ਦੇ ਨਮੂਨੇ ਤੇ ਸਮਾਰਕ ਦੀ ਰੂਪਰੇਖਾ ਤਿਆਰ ਕਰਨ ਲਈ ਸੱਦਾ ਪੱਤਰ ਭੇਜਿਆ। ਭਾਰਤੀ ਭਵਨ ਨਿਰਮਾਤਾ ਤੇ ਸਿੱਖ ਬੁੱਧੀਜੀਵੀਆਂ ਤੇ ਇਤਿਹਾਸਕਾਰਾਂ ਉਹਦੀ ਸਹਾਇਤਾ ਕਰਨ ਲਈ ਲਾ ਦਿੱਤੇ ਗਏ। ਉਹਨਾਂ ਨੂੰ ਇੱਕ ਅਜਿਹੇ ਮੈਮੋਰੀਅਲ ਮਿਊਜ਼ੀਅਮ ਦਾ ਨਕਸ਼ਾ ਤਿਆਰ ਕਰਨ ਦਾ ਮੋਟਾ ਬਿਊਰਾ ਦਿੱਤਾ ਗਿਆ ਜਿਸ ਦਾ ਨਾਮ ਅਜੂਬਾ ਰੱਖਿਆ ਜਾਣਾ ਸੀ। ਭਵਨ ਦੇ ਕੇਂਦਰ ਦਾ ਹਿੱਸਾ ਜਿਸ ਨੇ ਮੁੱਖ ਭਵਨ ਨੂੰ ਸਜਾਉਣਾ ਸੀ ਉਹ ਇੱਕ ਵੱਡਾ ਨਿਸ਼ਾਨ ਦੁਧਾਰਾ ਖੰਡਾ ਨਿਸ਼ਾਨ-ਏ-ਖਾਲਸਾ ਹੋਣਾ ਸੀ। ਇਸ ਯੋਜਨਾ 'ਤੇ ਅੰਦਾਜ਼ਨ 300 ਤੋਂ 500 ਕਰੋੜ ਖਰਚ ਹੋਣਾ ਸੀ। ਪੰਜਾਬ ਸਰਕਾਰ ਨੇ 160 ਕਰੋੜ ਰੁਪਏ ਦੇਣ ਦਾ ਇਕਰਾਰ ਕੀਤਾ। ਪ੍ਰਧਾਨ ਮੰਤਰੀ ਨੇ 100 ਕਰੋੜ ਰੁਪਏ ਹੋਰ ਦੇ ਦਿੱਤੇ। ਦੀਦਾਰ ਸਿੰਘ ਬੈਂਸ ਨੇ ਸਫਦੀ ਨੂੰ ਉਹਦੀ ਫੀਸ US ਡਾਲਰਾਂ ਵਿੱਚ ਅਦਾ ਕੀਤੀ। ਸ਼ੁਰੂ ਵਿੱਚ DS ਜਸਪਾਲ ਸਮੇਤ ਨੌਜਵਾਨ IAS ਅਫਸਰਾਂ ਨੂੰ ਸਮਾਗਮ ਦੇ ਜਸ਼ਨਾਂ ਦੀ ਵਿਸਥਾਰਪੂਰਵਕ ਵਿਉਂਤਬੰਦੀ ਕਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ। 2003 ਦੀ ਪਤਝੜ ਰੁੱਤ ਤੱਕ ਅਜਾਇਬ ਘਰ ਤੇ ਪ੍ਰਦਰਸ਼ਨੀ ਹਾਲ ਪੂਰੇ ਹੋ ਚੁੱਕੇ ਸਨ। ਸਮੂਹ ਨੂੰ ਵਿਸ਼ੇਸ਼ ਪ੍ਰਭਾਵਾਂ ਸਮੇਤ ਲੇਜ਼ਰ ਦੇ ਨਾਲ ਵਿਕਸਿਤ ਕਰਨ ਦਾ ਕੰਮ NID ਅਹਿਮਦਾਬਾਦ ਨੂੰ ਸੌਂਪ ਦਿੱਤਾ ਗਿਆ। ਖਾਲਸਾ ਪੰਥ ਦੀ ਸਿਰਜਣਾ ਦੀ ਤੀਸਰੀ ਸ਼ਤਾਬਦੀ ਦੇ ਸਮਾਗਮਾਂ ਪਹਿਲਾਂ ਕਿਸੇ ਵੀ ਹੋਏ ਸਮਾਗਮਾਂ ਨਾਲੋਂ ਬਹੁਤ ਵੱਡੇ ਪੱਧਰ 'ਤੇ ਮਨਾਏ ਗਏ। ਭਾਰਤ ਭਰ ਤੇ ਵਿਦੇਸ਼ਾਂ ਤੋਂ ਲੱਖਾਂ ਸਿੱਖ ਅਨੰਦਪੁਰ ਸਾਹਿਬ ਦੀ ਯਾਤਰਾ 'ਤੇ ਆਏ। ਸਿੱਖ ਵਿਦਵਾਨ, ਕਾਨੂੰਨਦਾਨ, ਕਲਾਕਾਰ, ਸ਼ਾਇਰ, ਚਿੱਤਰਕਾਰ, ਖਿਡਾਰੀ ਜਿਨ੍ਹਾਂ ਨੇ ਆਪਣੇ ਆਪਣੇ ਖੇਤਰਾਂ ਵਿੱਚ ਨਾਮਣਾ ਖੱਟਿਆ ਸੀ ਉਹਨਾਂ ਨੂੰ ਨਿਸ਼ਾਨ-ਏ-ਖਾਲਸਾ ਦੇ ਬਿੱਲਿਆਂ ਨਾਲ ਸਨਮਾਨਿਤ ਕੀਤਾ ਗਿਆ। ਕੁਸ਼ਤੀ, ਤੰਬੂ ਲਾਉਣ, ਨਿਸ਼ਾਨੇਬਾਜ਼ੀ, ਰੱਸਾਕੱਸੀ ਤੇ ਬਹੁਤ ਹੋਰ ਖੇਡਾਂ ਦੇ ਮੁਕਾਬਲੇ ਹੁੰਦੇ ਰਹੇ ਤੇ ਬਾਕੀ ਲੋਕ ਗੁਰਦੁਆਰਿਆਂ ਦੇ ਦਰਸ਼ਨ ਕਰਦੇ ਰਹੇ। ਇਹ ਸਾਫ਼ ਪ੍ਰਤੱਖ ਸੀ ਜੇ ਕਿਸੇ ਪ੍ਰਮਾਣ ਦੀ ਲੋੜ ਸੀ ਕਿ ਖਾਲਸਾ ਆਪਣੇ ਸਿਰਜਣਾ ਵਾਲੇ ਦਿਨ ਵਾਂਗ ਗੂੰਜਾਂ ਪਾ ਰਿਹਾ ਹੈ। ਮੁੱਖ ਮੰਤਰੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਸਬੰਧ ਪਹਿਲਾਂ ਵਾਂਗ ਹੀ ਅਣਸੁਖਾਵੇਂ ਚੱਲਦੇ ਰਹੇ। ਦੋਹਾਂ ਵਿੱਚ ਮਤਭੇਦ ਤਖ਼ਤਾਂ ਦੇ ਜਥੇਦਾਰਾਂ, ਖਾਸ ਕਰਕੇ ਅਕਾਲ ਤਖ਼ਤ ਦੇ ਜਥੇਦਾਰਾਂ ਦੀ ਨਿਯੁਕਤੀ ਤੋਂ
ਉੱਭਰ ਕੇ ਸਾਹਮਣੇ ਆਏ, ਜਿੱਥੇ ਧਾਰਮਿਕ ਸਮੱਸਿਆਵਾਂ ਤੇ ਮਰਿਆਦਾਵਾਂ ਨੂੰ ਭੰਗ ਕਰਨ ਦੇ ਵਿਰੋਧ ਵਿੱਚ ਕਸੂਰਵਾਰਾਂ ਨੂੰ ਬੁਲਾਇਆ ਜਾਂਦਾ ਤੇ ਤਨਖਾਹ ਲਗਾਈ ਜਾਂਦੀ। ਖਾਲਿਸਤਾਨ ਦੇ ਸਮਰਥਕ ਅੰਸ਼ਾਂ ਦਾ ਪ੍ਰਭਾਵ ਸਦਾ ਹੀ ਪ੍ਰਤੱਖ ਸੀ। ਟੌਡੇ ਨੂੰ ਉਹਨਾਂ ਦਾ ਸਮਰਥਨ ਪ੍ਰਾਪਤ ਸੀ, ਬਾਦਲ ਨੂੰ ਉਦਾਰ ਤੱਤਾਂ ਦੀ ਹਮਾਇਤ ਪ੍ਰਾਪਤ ਸੀ ਤੇ ਕਾਟਵਾਂ ਪੱਤਾ ਉਹਦੇ ਹੱਥ ਹੀ ਸੀ। ਪਹਿਲਾਂ ਉਸਨੇ ਜਥੇਦਾਰ ਰਣਜੀਤ ਸਿੰਘ ਨੂੰ ਬਰਤਰਫ ਕਰਵਾਇਆ ਤੇ ਫਿਰ ਉਸਦੀ ਥਾਂ ਦਰਬਾਰ ਸਾਹਿਬ ਦੇ ਗ੍ਰੰਥੀ ਮੋਹਨ ਸਿੰਘ ਨੂੰ ਨਿਯੁਕਤ ਕਰਵਾਇਆ ਤੇ ਉਸ ਵੱਲੋਂ ਇਹ ਪਦਵੀ ਗ੍ਰਹਿਣ ਕਰਨ ਤੋਂ ਝਿਜਕ ਵਿਖਾਉਣ ਤੇ ਇੱਕ ਹੋਰ ਗ੍ਰੰਥੀ ਪੂਰਨ ਸਿੰਘ ਨੂੰ ਕਾਰਜਕਾਰੀ ਜਥੇਦਾਰ ਨਿਯੁਕਤ ਕਰਵਾ ਦਿੱਤਾ, ਜੋ ਕਦੇ ਭਿੰਡਰਾਂਵਾਲੇ ਦਾ ਹਿਮਾਇਤੀ ਰਿਹਾ ਸੀ। ਬਾਦਲ ਟੌੜੇ ਦੇ ਵਿਰੁੱਧ ਹੋ ਗਿਆ, ਜਿਹੜਾ 25ਵੀਂ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। ਉਸਨੇ 16 ਮਾਰਚ 1999 ਟੌੜੇ ਦੀ ਥਾਂ ਤੇ ਬੀਬੀ ਜਗੀਰ ਕੌਰ ਦਾ ਨਾਮ ਤਜਵੀਜ਼ ਕਰਕੇ ਬੇਮਿਸਾਲ ਕਦਮ ਉਠਾਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣਨ ਵਾਲੀ ਉਹ ਪਹਿਲੀ ਇਸਤਰੀ ਸੀ। ਜਗੀਰ ਕੌਰ ਲੁਬਾਣਾ ਉਪਜਾਤੀ ਦੀ ਸਿੱਖ ਔਰਤ ਸੀ ਤੇ ਉਸ ਦੇ ਇਸ ਉਪ ਫਿਰਕੇ ਵਿੱਚ ਕਾਫੀ ਅਨੁਯਾਈ ਸਨ। ਬਾਦਲ ਨੇ ਉਸ ਨੂੰ ਵਿਧਾਨ ਸਭਾ ਦਾ ਮੈਂਬਰ ਚੁਣਵਾ ਕੇ ਸਮਾਜ ਭਲਾਈ ਮੰਤਰੀ ਬਣਾ ਦਿੱਤਾ। ਉਹਦੀ ਕਦੇ ਵੀ ਸਿੱਖ ਮਾਮਲਿਆਂ ਵਿੱਚ ਬਾਦਲ ਦੀ ਸਰਦਾਰੀ ਨੂੰ ਵਗਾਰਨ ਦੀ ਸੰਭਾਵਨਾ ਨਹੀਂ ਸੀ, ਪਰੰਤੂ ਉਹਦੀ ਚੋਣ ਤੋਂ ਛੇਤੀ ਹੀ ਮਗਰੋਂ ਉਸ ਦੀ ਕੀਰਤੀ ਉਹਦੀ ਲੜਕੀ ਦੀ ਸ਼ਾਦੀ ਵਿਰੋਧ ਦੇ ਕਰਨ ਤੇ ਮਗਰੋਂ ਰਹੱਸਮਈ ਹਾਲਾਤ ਵਿੱਚ ਉਸ ਦੀ ਮ੍ਰਿਤਿੂ ਨਾਲ ਦਾਗੀ ਹੋ ਗਈ। ਉਹਦੇ ਦਾਹ ਸੰਸਕਾਰ ਨੂੰ ਅਦਾਲਤ ਵਿੱਚ ਉਹਦੇ ਜਵਾਈ ਨੇ ਚੁਣੌਤੀ ਦੇ ਦਿੱਤੀ। ਉਸ ਉੱਪਰ ਅਜੇ ਵੀ ਆਪਣੀ ਬੇਟੀ ਦੀ ਮੌਤ ਵਿੱਚ ਸ਼ਮੂਲੀਅਤ ਦੀ ਸਾਜ਼ਿਸ਼ ਦਾ ਇਲਜ਼ਾਮ ਲੱਗਾ ਹੋਇਆ ਹੈ। ਪੰਜਾਬ ਭਾਰਤ ਦੇ ਦੂਸਰੇ ਰਾਜਾਂ ਵਾਂਗ ਆਪਣੇ ਸਾਧਨ ਤੋਂ ਜ਼ਿਆਦਾ ਖਰਚ ਕਰਦਾ ਰਿਹਾ ਸੀ। ਆਪਣੀ 8,450 ਕਰੋੜ ਰੁਪਏ ਆਮਦਨੀ ਦੇ ਮੁਕਾਬਲੇ ਤੇ ਇਹ ਹਰ ਸਾਲ 10,282 ਕਰੋੜ ਰੁਪਏ ਖਰਚਦਾ ਰਿਹਾ ਸੀ। ਉਸ ਸਮੇਂ ਰਾਜ ਦੇ ਵਿੱਤ ਮੰਤਰੀ ਕੈਪਟਨ ਕਵਲਜੀਤ ਸਿੰਘ ਨੇ ਮੰਨਿਆ ਕਿ ਅਸੀਂ ਕਰਜ਼ ਲੈ ਕੇ ਕੰਮ ਚਲਾ ਰਹੇ ਹਾਂ। ਬਹੁਤ ਸਾਰਾ ਧਨ ਫਾਲਤੂ ਸਮਾਗਮਾਂ ਦੇ ਆਯੋਜਨਾਂ ਵਿੱਚ ਖਰਚ ਕਰਨ ਤੋਂ ਬਿਨਾਂ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਧਾਈਆਂ ਗਈਆਂ, ਮੰਤਰੀਆਂ ਨੂੰ ਵਧੇਰੇ ਸਹੂਲਤਾਂ ਦਿੱਤੀਆਂ ਗਈਆਂ। ਮਿਸਾਲ ਦੇ ਤੌਰ ਤੇ ਹਰ ਵਿਧਾਨ ਸਭਾ ਮੈਂਬਰ ਲਈ ਟਾਟਾ ਸੂਮੋ ਤੇ ਹਰ ਮਹੀਨੇ 500 ਲੀਟਰ ਡੀਜ਼ਲ ਮੁਫਤ ਤੇ ਹਰ ਮੰਤਰੀ ਲਈ ਬੇਹਿਸਾਬ ਪੈਟਰੋਲ ਦਿੱਤਾ ਗਿਆ। ਸਭ ਤੋਂ ਵੱਧ ਮਹੱਤਵਪੂਰਨ ਘਟਨਾ ਰਾਇਲ ਕੈਨੇਡੀਅਨ ਪੁਲਿਸ ਦੀ ਉਸ ਸਾਜ਼ਿਸ਼ ਦਾ ਪਤਾ ਲਾ ਲੈਣ ਦੀ ਸਫਲਤਾ ਸੀ, ਜਿਸ ਨੇ ਕਨਿਸ਼ਕ ਜਹਾਜ਼ ਨੂੰ ਆਇਰਲੈਂਡ ਦੇ ਤੱਟ ਤੇ ਆਕਾਸ਼ ਵਿੱਚ ਹੀ 23 ਜੂਨ 1985 ਨੂੰ ਤਬਾਹ ਕਰ ਦਿੱਤਾ ਸੀ ਤੇ ਜਿਸ ਵਿੱਚ ਜਹਾਜ਼ੀ ਅਮਲਾ ਤੇ 229 ਮੁਸਾਫਿਰ ਮਾਰੇ ਗਏ ਸਨ। ਇਹੋ ਜਿਹੀ ਸਫਲਤਾ ਹੀ ਏਅਰ ਇੰਡੀਆ ਦੇ ਜਹਾਜ਼ ਵਿੱਚ ਸਮਾਨ ਰੱਖ ਰਹੇ 2 ਕੁਲੀਆਂ ਦੇ ਟੋਕੀਓ ਦੇ ਨਾਰੀਤਾ ਹਵਾਈ ਅੱਡੇ ਤੇ ਮਾਰੇ ਜਾਣ ਦੀ ਸਾਜ਼ਿਸ਼ ਦਾ ਪਤਾ ਲਾਉਣ ਵਿੱਚ ਮਿਲੀ। ਕੈਨੇਡਾ ਦੀ ਪੁਲਿਸ ਨੇ ਰਿਪੂਦਮਨ ਸਿੰਘ ਮਲਿਕ ਤੇ ਅਜਾਇਬ ਸਿੰਘ ਬੋਗਰਾ ਨੂੰ ਵੈਨਕੂਵਰ ਵਿੱਚ ਗ੍ਰਿਫਤਾਰ ਕਰ ਲਿਆ। ਦੂਸਰੇ ਸ਼ੱਕੀਆਂ ਵਿੱਚੋਂ ਸਰਦਾਰ ਤਲਵਿੰਦਰ ਸਿੰਘ ਪਰਮਾਰ, ਜੋ ਸਾਜ਼ਿਸ਼ ਦਾ ਸਰਗਣਾ ਸੀ, ਉਹ ਪੰਜਾਬ ਪੁਲਿਸ ਨਾਲ ਇੱਕ ਮੁੱਠਭੇੜ ਵਿੱਚ ਮਾਰਿਆ ਗਿਆ। ਸੁਰਜਨ ਸਿੰਘ ਕਿਧਰੇ ਰੁਪੋਸ਼ ਹੋ ਗਿਆ। ਇੰਦਰਜੀਤ ਸਿੰਘ, ਜਿਸ ਨੇ ਨਾਰੀਤਾ ਹਵਾਈ ਅੱਡੇ ਤੇ ਫਟਣ ਵਾਲਾ ਬੰਬ ਰੱਖਿਆ ਸੀ, ਉਹ 10 ਸਾਲ ਦੀ ਸਜ਼ਾ ਭੁਗਤ ਰਿਹਾ ਸੀ। ਅਦਾਲਤ ਵਿੱਚ ਪੇਸ਼ ਕੀਤੇ ਸਬੂਤਾਂ ਦੇ ਆਧਾਰ ਤੇ ਇਹ ਗੱਲ ਸਾਹਮਣੇ ਆਈ ਕਿ ਸਾਜ਼ਿਸ਼ ਬੱਬਰ ਖਾਲਸਾ ਦੇ ਮੈਂਬਰਾਂ ਵੱਲੋਂ ਨੀਲਾ ਤਾਰਾ ਸਾਕਾ ਦਾ ਬਦਲਾ ਲੈਣ ਲਈ ਕਾਰਵਾਈ ਵਜੋਂ ਇਸ ਦੀ ਪਹਿਲੀ ਵਰ੍ਹੇਗੰਢ ਨੇੜੇ ਜਿਤਨਾ ਸੰਭਵ ਹੋਵੇ ਅੰਮ੍ਰਿਤਸਰ ਵਿੱਚ ਤਿਆਰ ਕੀਤੀ ਗਈ ਸੀ। 1992 ਵਿੱਚ ਬੰਬਈ ਵਿੱਚ ਗ੍ਰਿਫਤਾਰ ਕੀਤੇ ਗਏ ਇੱਕ ਵਿਅਕਤੀ ਲਾਲ ਸਿੰਘ ਨੇ ਕੈਨੇਡਾ ਦੇ ਤਫਤੀਸ਼ਕਾਰਾਂ ਨੂੰ ਜਾਣਕਾਰੀ ਜਾਂ ਸੁਰਾਗ ਪ੍ਰਾਪਤ ਕਰਨ ਵਿੱਚ ਅਗਵਾਈ ਦਿੱਤੀ। ਮੁੱਖ ਗਵਾਹਾਂ ਵਿੱਚੋਂ ਇੱਕ ਤਾਰਾ ਸਿੰਘ ਹੇਅਰ ਸੀ, ਜੋ ਵੈਨਕੂਵਰ ਵਿੱਚ ਰਹਿ ਕੇ ਇੰਡੀਅਨ ਕੈਨੇਡੀਅਨ ਟਾਈਮਜ਼ ਕੱਢਦਾ ਸੀ ਤੇ ਖਾਲਿਸਤਾਨ ਦਾ ਕੱਟੜ ਵਿਰੋਧੀ ਸੀ। ਉਸ ਨੂੰ 1998 ਵਿੱਚ ਕਤਲ ਕਰ ਦਿੱਤਾ ਗਿਆ ਸੀ।
ਬਾਦਲ ਸਰਕਾਰ ਦਾ ਵਿਖਾਵਾਕਾਰੀ ਤਮਾਸ਼ੇ ਤੇ ਸਮਾਗਮ ਕਰਨ ਦਾ ਝੁਕਾਅ ਜਾਰੀ ਰਿਹਾ। ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਦੀ ਵਰ੍ਹੇਗੰਢ ਕੌਮੀ ਪੱਧਰ ਤੇ ਮਨਾਉਣ ਦਾ ਇੱਕ ਹੋਰ ਮੌਕਾ ਸੀ। ਮਹਾਰਾਜੇ ਦੀਆਂ ਪ੍ਰਾਪਤੀਆਂ ਦਰਸਾਉਣ ਲਈ ਆਵਾਜ਼ ਤੇ ਰੌਸ਼ਨੀ ਦੇ ਪ੍ਰੋਗਰਾਮ ਦਾ ਆਰੰਭ ਕੀਤਾ ਗਿਆ। ਪ੍ਰਧਾਨ ਮੰਤਰੀ ਵਾਜਪਾਈ ਇਸ ਦੇ ਮੁੱਖ ਮਹਿਮਾਨ ਸਨ। ਉਸ ਦੇ ਮੰਤਰੀ ਮੰਡਲ ਦੇ ਕਈ ਮੰਤਰੀ ਹਾਜ਼ਰ ਸਨ। ਫਕੀਰ ਪਰਿਵਾਰ ਵਿੱਚੋਂ, ਜਿਸ ਦੇ ਮੈਂਬਰ ਮਹਾਰਾਜੇ ਦੇ ਮੰਤਰੀ ਤੇ ਰਾਜਪਾਲ ਰਹੇ ਸਨ, ਇੱਕ ਨੌਜਵਾਨ ਇਸ ਮੌਕੇ ਲਾਹੌਰ ਤੋਂ ਆਇਆ ਤੇ ਇੱਕ ਫਰਾਂਸੀਸੀ ਵੀ ਆਇਆ, ਜਿਸ ਦਾ ਪੂਰਵਜ ਮਹਾਰਾਜੇ ਦੀ ਫੌਜ ਵਿੱਚ ਮੁਲਾਜ਼ਮ ਰਿਹਾ ਸੀ। ਜਿਸ ਤਰ੍ਹਾਂ ਸਮਾਗਮ ਬਾਰੇ ਹੁੰਦਾ ਹੈ, ਇਹ ਵੀ ਦੂਸਰਿਆਂ ਸਮਾਗਮਾਂ ਵਾਂਗ ਬਹੁਤ ਸਫਲ ਰਿਹਾ ਤੇ ਇਸ ਦਾ ਕਾਫੀ ਪ੍ਰਚਾਰ ਹੋਇਆ। ਜਦੋਂ ਬਾਦਲ ਸਮਾਗਮਾਂ ਤੇ ਕਾਨਫਰੰਸਾਂ ਵਰਗੇ ਕੰਮਾਂ ਵਿੱਚ ਲੱਗਾ ਰਿਹਾ, ਉਹਦੇ ਵਿਰੋਧੀ ਪੰਜਾਬ ਵਿੱਚ 2002 ਵਿੱਚ ਹੋਣ ਵਾਲੀਆਂ ਚੋਣਾਂ ਦੀ ਤਿਆਰੀ ਕਰਦੇ ਰਹੇ। ਲੋਕ ਰਾਏ ਪ੍ਰਗਟ ਕਰ ਰਹੀ ਸੀ ਕਿ ਅਕਾਲੀ ਭਾਜਪਾ ਸਰਕਾਰ ਚੋਣਾਂ ਵਿੱਚ ਹਾਰ ਜਾਏਗੀ। ਚੋਣ ਨਜੂਮੀਆਂ ਦੀ ਭਵਿੱਖਬਾਣੀ ਅਨੁਸਾਰ ਅਮਰਿੰਦਰ ਸਿੰਘ ਤੇ ਰਜਿੰਦਰ ਕੌਰ ਭੱਠਲ ਦੀ ਅਗਵਾਈ ਵਿੱਚ ਕਾਂਗਰਸ ਹੂੰਝਾ ਫੇਰੂ ਜਿੱਤ ਪ੍ਰਾਪਤ ਕਰ ਲਵੇਗੀ। ਕਾਂਗਰਸ 5 ਸੀਟਾਂ ਦੇ ਮਾਮੂਲੀ ਵਾਧੇ ਨਾਲ 117 ਚੋਂ 62 ਸੀਟਾਂ ਹੀ ਲਿਜਾ ਸਕੀ ਤੇ ਉਸ ਦੀ ਸਹਿਯੋਗੀ CPI ਨੂੰ ਇੱਕੋ ਸੀਟ ਹੀ ਮਿਲੀ। ਸਭ ਤੋਂ ਵੱਧ ਘਾਟਾ ਭਾਜਪਾ ਨੂੰ ਪਿਆ, ਜਿਸ ਦੇ 23 ਉਮੀਦਵਾਰਾਂ ਚੋਂ 20 ਹਾਰ ਗਏ। ਸ਼ਹਿਰੀ ਹਿੰਦੂਆਂ ਤੇ ਦਲਿਤਾਂ ਨੇ ਕਾਂਗਰਸ ਨੂੰ ਵੋਟ ਪਾਈ। ਭੱਠਲ ਨੇ ਦੁਬਾਰਾ ਮੁੱਖ ਮੰਤਰੀ ਬਣਾਏ ਜਾਣ ਲਈ ਆਪਣਾ ਦਾਅਵਾ ਪੇਸ਼ ਕੀਤਾ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅਮਰਿੰਦਰ ਸਿੰਘ ਨੂੰ ਪਹਿਲ ਦਿੱਤੀ। ਫਿਰ ਉਸ ਨੇ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਚੁਣੇ ਜਾਣ ਦੀ ਕੋਸ਼ਿਸ਼ ਕੀਤੀ, ਪਰੰਤੂ ਅਮਰਿੰਦਰ ਸਿੰਘ ਨੇ ਇੱਕ ਸਾਬਕਾ ਲੋਕ ਸਭਾ ਮੈਂਬਰ HS ਹੰਸਪਾਲ ਨੂੰ ਕਾਂਗਰਸ ਪ੍ਰਧਾਨ ਬਣਾਉਣਾ ਬਿਹਤਰ ਸਮਝਿਆ। ਭੱਠਲ ਨੇ ਹਾਰ ਮੰਨ ਲਈ ਤੇ ਅਖੀਰ ਮੰਤਰੀ ਦਾ ਪਦ ਪ੍ਰਵਾਨ ਕਰ ਲਿਆ। ਭਾਵੇਂ ਰਾਜ ਦੀ ਆਰਥਿਕ ਹਾਲਤ ਬਹੁਤ ਭੈੜੀ ਸੀ, ਪਰ ਅਮਰਿੰਦਰ ਸਿੰਘ ਨੇ ਬਾਦਲ ਨੇ ਹਿਸਾਬ ਕਿਤਾਬ ਦਾ ਲੇਖਾ ਜੋਖਾ ਚੁਕਤਾ ਕਰਨ ਵੱਲ ਵੱਧ ਧਿਆਨ ਦਿੱਤਾ ਤੇ ਉਸ ਨੇ ਤਾਕਤ ਦੀ ਬੌਕਰ ਹੱਥ ਲੈ ਕੇ ਐਲਾਨ ਕਰ ਦਿੱਤਾ ਕਿ ਉਹ ਰਾਜ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰ ਦੇਵੇਗਾ। ਉਹਦੇ ਵੱਲੋਂ ਬਾਦਲ ਤੇ ਉਸ ਦੇ ਰਿਸ਼ਤੇਦਾਰਾਂ ਨੂੰ ਹੱਥ ਪਾਉਣ ਤੋਂ ਪਹਿਲਾਂ ਹੀ ਉਸ ਨੂੰ ਝੁੰਗੇ ਵਿੱਚੋਂ ਹੀ ਪੁਲਿਸ ਵੱਲੋਂ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਰਵਿੰਦਰਪਾਲ ਸਿੰਘ ਸਿੱਧੂ ਦੇ ਪਿਛਲੇ 6 ਸਾਲਾਂ ਤੋਂ ਅਪਣਾਏ ਗਏ ਭ੍ਰਿਸ਼ਟ ਤਰੀਕਿਆਂ ਦਾ ਭਾਂਡਾ ਭੰਨ ਦੇਣ ਦਾ ਲਾਹਾ ਪ੍ਰਾਪਤ ਹੋ ਗਿਆ। ਸਿੱਧੂ ਇੰਡੀਅਨ ਐਕਸਪ੍ਰੈਸ, ਦੀ ਟ੍ਰਿਬਿਊਨ ਤੇ ਹਿੰਦੂ ਦਾ ਪੱਤਰਕਾਰ ਰਿਹਾ ਸੀ। ਇਹ ਜਾਣਕਾਰੀ ਪ੍ਰਾਪਤ ਹੋਈ ਕਿ ਸਿੱਧੂ PPSC ਨੂੰ ਪੈਸੇ ਇਕੱਠੇ ਕਰਨ ਵਾਲੀ ਮਸ਼ੀਨ ਬਣਾਉਣ ਵਿੱਚ ਲੱਗਾ ਰਿਹਾ ਤੇ ਸਾਰੀਆਂ ਪ੍ਰਾਂਤਕ ਸੇਵਾਵਾਂ ਦੀ ਚੋਣ ਲਈ ਨਿਸ਼ਚਿਤ ਕਰਕੇ ਨਗਦ ਪੈਸੇ ਲੈਂਦਾ ਰਿਹਾ ਸੀ। ਬਾਦਲ ਤੇ ਉਹਦੇ ਪਰਿਵਾਰ ਦੀ ਛਾਣਬੀਣ ਚੋਂ ਬਹੁਤਾ ਕੁਝ ਨਾ ਮਿਲਿਆ। ਉਹਨਾਂ ਦੇ ਘਰਾਂ ਦੀ ਪੁਲਿਸ ਨੇ ਤਲਾਸ਼ੀ ਲਈ। ਉਹਨਾਂ ਦੀ ਜ਼ਮੀਨ ਜਾਇਦਾਦ ਦੀ ਪੈਮਾਇਸ਼ ਕੀਤੀ ਗਈ। ਅਮਰਿੰਦਰ ਸਿੰਘ ਨੇ ਬਾਦਲ ਉੱਪਰ ਇਲਜ਼ਾਮ ਲਾਇਆ ਕਿ ਉਸ ਕੋਲ ਦੇਸ਼ ਅੰਦਰ ਤੇ ਵਿਦੇਸ਼ਾਂ ਵਿੱਚ ਵੱਖ-ਵੱਖ ਨਾਵਾਂ ਹੇਠ ਬਹੁਤ ਭਾਰੀ ਜਾਇਦਾਦ ਹੈ। ਬਾਦਲ ਨੇ ਮੋੜਵੇਂ ਉੱਤਰ ਵਜੋਂ ਅਮਰਿੰਦਰ ਸਿੰਘ ਤੇ ਹੱਤਕ ਇੱਜ਼ਤ ਦਾ ਮੁਕੱਦਮਾ ਠੋਸ ਦਿੱਤਾ। ਸਤੰਬਰ 2005 ਵਿੱਚ ਅਮਰਿੰਦਰ ਸਿੰਘ ਤੇ ਬਾਦਲ ਇੱਕ ਦੂਸਰੇ ਨੂੰ ਬੋਲ ਕਬੋਲ ਕਰਦੇ ਰਹੇ ਤੇ ਵਿਦੇਸ਼ੀ ਬੈਂਕਾਂ ਵਿੱਚ ਪੈਸਾ ਜਮ੍ਹਾਂ ਕਰਾਉਣ, ਜ਼ਮੀਨ ਤੇ ਅਚਲ ਸੰਪੱਤੀ ਦੀ ਲੁੱਟ-ਖਸੁੱਟ ਕਰਨ ਤੇ ਹੜੱਪਣ ਦੇ ਇਲਜ਼ਾਮ ਲਾਉਂਦੇ ਰਹੇ। ਦੋਵੇਂ ਜਨਤਾ ਵਿੱਚ ਮਜ਼ਾਕ ਦਾ ਵਿਸ਼ਾ ਬਣੇ ਰਹੇ ਤੇ ਪੰਜਾਬ ਦੇ ਵਿਅੰਗਕਾਰ ਜਸਪਾਲ ਭੱਟੀ ਦੇ ਭੰਡੀ ਪ੍ਰਚਾਰ ਵਾਲੇ ਨਾਟਕਾਂ ਦਾ ਚੰਡੀਗੜ੍ਹ ਵਿੱਚ ਮਸਾਲਾ ਬਣਦੇ ਰਹੇ। 102 ਸਾਲਾਂ ਦਾ ਬਜ਼ੁਰਗ ਮੋਹਨ ਸਿੰਘ ਓਬਰਾਏ ਤੇ ਰੌਣਕ ਸਿੰਘ ਦੀ ਸਤੰਬਰ 2002 ਵਿੱਚ ਹੋਈ ਮੌਤ ਨੇ ਉਸ ਸਾਹਸੀ ਭਾਵਨਾ ਦੀ ਯਾਦ ਤਾਜ਼ਾ ਕਰ ਦਿੱਤੀ ਜੋ ਪੰਜਾਬੀ ਹਿੰਦੂਆਂ ਸਿੱਖਾਂ ਵਿੱਚ ਔਕੜਾਂ ਤੇ ਕਾਬੂ ਪਾਉਣ ਵਿੱਚ ਆਮ ਮਿਲਦੀ ਹੈ। ਮੋਹਨ ਸਿੰਘ ਇੱਕ ਅੰਗਰੇਜ਼ ਹੋਟਲ ਮਾਲਕ ਦਾ ਸ਼ਿਮਲੇ ਵਿੱਚ ਮੁਨਸ਼ੀ ਹੁੰਦਾ ਸੀ, ਜਿਹੜਾ ਇਸ ਨੂੰ ਵੇਚ ਕੇ ਇੰਗਲੈਂਡ ਚਲੇ ਜਾਣਾ ਚਾਹੁੰਦਾ ਸੀ।
ਮੋਹਨ ਸਿੰਘ ਨੇ ਉਸ ਨੂੰ ਮਨਾ ਲਿਆ ਸੀ ਕਿ ਉਹ ਹੋਟਲ ਉਸ ਨੂੰ ਵੇਚ ਦੇਵੇ। ਫਿਰ ਉਹ ਹੋਟਲ ਖਰੀਦਦਾ ਗਿਆ ਤੇ ਉਸ ਨੇ ਭਾਰਤ ਦੇ ਵੱਖ-ਵੱਖ ਰਾਜਾਂ ਤੇ ਵਿਦੇਸ਼ਾਂ ਵਿੱਚ ਇੱਕ ਹੋਟਲਾਂ ਦਾ ਵਿਸ਼ਾਲ ਸਿਲਸਿਲਾ ਕਾਇਮ ਕਰ ਲਿਆ। ਰੌਣਕ ਸਿੰਘ ਲਾਹੌਰ ਤੋਂ ਜੋ ਕੁਝ ਥੋੜ੍ਹਾ ਬਹੁਤ ਉਸ ਕੋਲ ਸੀ ਛੱਡ ਕੇ ਇੱਕ ਮੁਹਤਾਜ ਗਰੀਬ ਸ਼ਰਨਾਰਥੀ ਬਣ ਕੇ ਆਇਆ ਸੀ। ਉਸ ਨੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਲੋਹੇ ਦੀਆਂ ਨਾਲਾਂ ਵੇਚਣ ਦੀ ਦੁਕਾਨ ਖੋਲ੍ਹ ਲਈ। ਫਿਰ ਉਹ ਹਿਊਮ ਪਾਈਪਸ ਬਣਾਉਣ ਲੱਗ ਗਿਆ ਤੇ ਭਾਰਤੀ ਮੋਟਰ ਗੱਡੀਆਂ ਦੀ ਵੱਧ ਰਹੀ ਮੰਗ ਦੀ ਪੂਰਤੀ ਲਈ ਉਸ ਨੇ ਅਪੋਲੋ ਟਾਇਰ ਤਿਆਰ ਕਰਨ ਲਈ ਕਾਰਖਾਨਾ ਲਗਾ ਲਿਆ। ਜਦੋਂ ਸੰਜੇ ਗਾਂਧੀ ਨੇ ਮਰੂਤੀ ਕਾਰ ਯੋਜਨਾ ਆਰੰਭ ਕੀਤੀ ਤਾਂ ਰੌਣਕ ਸਿੰਘ ਇਹਦਾ ਪਹਿਲਾ ਚੇਅਰਮੈਨ ਬਣ ਗਿਆ ਤੇ ਫਿਰ ਉਹ ਅਰਬਾਂ ਰੁਪਏ ਦਾ ਉਦਯੋਗ ਛੱਡ ਕੇ ਮਰ ਗਿਆ। ਇਸ ਤੋਂ ਵੀ ਵਧੇਰੇ ਸ਼ਾਨਦਾਰ ਸਫਲਤਾ ਭਾਈ ਮੋਹਨ ਸਿੰਘ ਦੀ ਰੈਣ ਬਖਸ਼ੀ ਨੂੰ ਮਿਲੀ, ਜਿਸ ਦੀ ਬੁਨਿਆਦ ਉਸ ਨੇ 1962 ਵਿੱਚ ਰੱਖੀ ਸੀ। ਇਹ ਅੱਜ ਭਾਰਤ ਦੀ ਸਭ ਤੋਂ ਉੱਚ ਚੋਟੀ ਦੀ ਔਸ਼ਧੀ ਨਿਰਮਾਤਾ ਤੇ ਵੇਚਣ ਵਾਲੀ ਕੰਪਨੀ ਹੈ, ਜਿਸ ਦੇ ਮਾਲ ਦੀ ਕੁੱਲ ਵਿਸ਼ਵ ਵਿੱਚ ਅਸਲ ਵਿਕਰੀ 76 ਕਰੋੜ 40 ਅਮਰੀਕੀ ਡਾਲਰ ਬਣਦੀ ਹੈ ਤੇ ਇਸ ਦਾ ਪ੍ਰਬੰਧ DS ਬਰਾਡ ਕਰਦਾ ਹੈ। ਹੋਰ ਵੀ ਸਿੱਖ ਹਨ ਜੋ ਉਦਯੋਗ ਦੇ ਉੱਪਰਲੇ ਦਰਜੇ ਤੇ ਪਹੁੰਚੇ ਹਨ, ਜਿਵੇਂ ਬੰਬਈ ਤੇ ਔਰੰਗਾਬਾਦ ਦੇ ਸਾਨੀ ਤੇ ਭੂਤ ਕਲੀਨ, ਕੋਕਾ ਕੋਲਾ, ਕੈਂਪਾ ਕੋਲਾ ਤੇ ਹੋਰ ਸਾਫਟ ਡਰਿੰਕਸ ਤੇ ਨਵੀਂ ਦਿੱਲੀ ਦੇ ਹੋਟਲ ਲਾ ਮੈਰੀਡੀਅਨ ਦਾ ਮਾਲਕ ਚਰਨਜੀਤ ਸਿੰਘ ਸੀ ਤੇ ਉਹਦੀ ਮ੍ਰਿਤਿੂ ਪਿੱਛੋਂ ਉਹਦੀ ਪਤਨੀ ਹਰਜੀਤ ਕੌਰ ਉਹਦੇ ਸਾਰੇ ਕੰਮ-ਕਾਜ ਦੀ ਦੇਖਭਾਲ ਕਰਦੀ ਹੈ। ਸਾਰਾਂਸ਼: ਸਿੱਖ ਸੰਗਠਨਾਂ ਦੀਆਂ ਪਿਛਲੇ 25 ਸਾਲ ਦੀਆਂ ਸਫਲਤਾਵਾਂ ਤੇ ਅਸਫਲਤਾਵਾਂ ਦਾ ਲੇਖਾ-ਜੋਖਾ ਮਾੜਾ ਵੀ ਨਹੀਂ। 2001 ਦੀ ਜਨਗਣਨਾ ਦੀ ਰਿਪੋਰਟ ਅਨੁਸਾਰ ਪੰਜਾਬ ਦੀ 2.43 ਕਰੋੜ ਵਸੋਂ ਸਾਲਾਨਾ 1.82% ਵੱਧਦੀ ਰਹੀ ਸੀ। ਇਹਨਾਂ ਵਿੱਚੋਂ 60% ਸਿੱਖ ਹਨ ਜੋ ਵਧੇਰੇ ਕਰਕੇ ਪੇਂਡੂ ਇਲਾਕਿਆਂ ਵਿੱਚ ਰਹਿੰਦੇ ਹਨ। 80% ਸਿੱਖ ਪੰਜਾਬ ਵਿੱਚ, 19% ਭਾਰਤ ਦੇ ਦੂਸਰੇ ਭਾਗਾਂ ਵਿੱਚ ਤੇ 1% ਵਿਦੇਸ਼ਾਂ ਵਿੱਚ ਵਸੇ ਹੋਏ ਹਨ। ਭਾਵੇਂ ਪੰਜਾਬ ਖੁਸ਼ਹਾਲੀ ਵਿੱਚ ਪਹਿਲੇ ਨੰਬਰ ਤੋਂ ਖਿਸਕ ਕੇ ਹੁਣ ਦਿੱਲੀ ਤੇ ਗੋਆ ਦੇ ਮਗਰ ਤੀਸਰੇ ਨੰਬਰ ਤੇ ਆ ਗਿਆ ਹੈ। ਇਸ ਦੀ ਪ੍ਰਤੀ ਵਿਅਕਤੀ ਸਾਲ ਆਮਦਨੀ 15,255 ਬਣਦੀ ਹੈ ਤੇ ਸਿੱਖ ਮੁਲਕ ਦਾ ਸਭ ਤੋਂ ਅਮੀਰ ਸੰਗਠਨ ਹੈ। ਜਦੋਂ ਭਾਰਤ ਦੇ 26.10% ਲੋਕ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਹਨ, ਪੰਜਾਬ ਦੇ ਅੰਕੜੇ 6.16% ਹਨ। ਉਹ ਮੁਲਕ ਜਿੱਥੇ ਮੰਗਣਾ ਆਮ ਹੀ ਹੈ, ਕਿਸੇ ਸਿੱਖ ਨੂੰ ਘੱਟ ਹੀ ਮੰਗਣ ਲਈ ਹੱਥ ਅੱਡਦਿਆਂ ਵੇਖਿਆ ਜਾ ਸਕਦਾ ਹੈ। ਸਿੱਖਾਂ ਦਾ ਉਹਨਾਂ ਦੇ ਨਿੰਦਕਾਂ ਵੱਲੋਂ ਇਸ ਕਰਕੇ ਮਖੌਲ ਉਡਾਇਆ ਜਾਂਦਾ ਹੈ ਕਿ ਸਿੱਖ ਇੱਕੋ ਹੀ ਸੱਭਿਆਚਾਰ ਬਾਰੇ ਜਾਣਦੇ ਹਨ ਤੇ ਉਹ ਹੈ ਖੇਤੀ ਸੱਭਿਆਚਾਰ। ਇਹ ਕਥਨ ਸੱਚ ਤੋਂ ਦੂਰ ਹੈ, ਕਿਉਂਕਿ ਬਹੁਤ ਸਾਰੇ ਸਿੱਖਾਂ ਨੇ ਕਲਾਕਾਰਾਂ, ਨ੍ਰਿਤਕਾਂ, ਸੰਗੀਤਕਾਰਾਂ, ਫਿਲਮ ਨਿਰਮਾਤਾ ਤੇ ਪੌਪ ਲੋਕ ਸੰਗੀਤ ਖੇਤਰ ਵਿੱਚ ਨਾਮਣਾ ਖੱਟਿਆ ਹੈ। ਮਨਜੀਤ ਬਾਵਾ, ਅਰਪਿਤਾ ਸਿੰਘ ਤੇ ਅਰਪਣਾ ਕੌਰ ਦੀ ਗਿਣਤੀ ਸਰਵੋਤਮ ਚਿੱਤਰਕਾਰਾਂ ਵਿੱਚ ਹੁੰਦੀ ਹੈ। ਨਵਤੇਜ ਜੌਹਲ ਇੱਕ ਭਾਰਤ ਨਾਟਿਅਮ ਨ੍ਰਿਤਕਾਰ ਵਜੋਂ, ਸਿੰਘ ਬੰਧੂ ਕਲਾਸਕੀ ਗਾਇਕ ਵਜੋਂ, ਧਰਮਿੰਦਰ ਤੇ ਦਾਰਾ ਸਿੰਘ ਫਿਲਮੀ ਅਭਿਨੇਤਾ ਵਜੋਂ ਉੱਗੇ ਹਨ। ਫਿਲਮ ਨਿਰਦੇਸ਼ਕਾਂ ਵਿੱਚ ਕੇਨੀਆ 'ਚ ਪੈਦਾ ਹੋਇਆ ਗੁਰਿੰਦਰ ਚੱਢਾ, ਜਿਸ ਦੀਆਂ ਫਿਲਮਾਂ ਭਾਜੀ ਔਨ ਦੀ ਬੀਚ ਤੇ ਬੈਡ ਇਟ ਲਾਈਕ ਬੈਕਹਮ ਭਾਰਤ ਤੇ ਇੰਗਲੈਂਡ ਦੇ ਥੀਏਟਰਾਂ ਵਿੱਚ ਅਤਿਅੰਤ ਸਫਲ ਰਹੀਆਂ ਹਨ। ਪੰਜਾਬੀ ਲੋਕ ਸੰਗੀਤ ਤੇ ਭੰਗੜੇ ਨੂੰ ਗੁਰਦਾਸ ਮਾਨ, ਦਲੇਰ ਮਹਿੰਦੀ, ਮਲਕੀਤ ਸਿੰਘ ਤੇ ਹੋਰਨਾਂ ਦੇ ਆਉਣ ਨਾਲ ਨਵੀਂ ਜ਼ਿੰਦਗੀ ਮਿਲੀ ਹੈ। ਉਹ ਮੁਲਕ ਵਿੱਚ ਤੇ ਮੁਲਕ ਤੋਂ ਬਾਹਰ ਜਿੱਥੇ ਵੀ ਆਪਣਾ ਪ੍ਰਦਰਸ਼ਨ ਦਿੰਦੇ ਹਨ, ਬਹੁਤ ਸਰੋਤਿਆਂ ਨੂੰ ਆਪਣੇ ਵੱਲ ਖਿੱਚ ਲੈਂਦੇ ਹਨ। ਸਮਾਜਿਕ ਬੁਰਾਈਆਂ ਅਜੇ ਵੀ ਉਵੇਂ ਹੀ ਕਾਇਮ ਹਨ, ਅਟੱਲ ਹਨ। ਸਭ ਤੋਂ ਭੈੜੀ
ਕੁੜੀਆਂ ਦੀ ਭਰੂਣ ਹੱਤਿਆ ਹੈ ਤੇ ਸਿੱਟਾ ਇਹ ਨਿਕਲਦਾ ਹੈ ਕਿ 1000 ਮਰਦ ਪਿੱਛੇ ਸਿਰਫ 874 ਇਸਤਰੀਆਂ ਹੀ ਹਨ। ਇਸੇ ਤਰ੍ਹਾਂ ਜਾਤ ਪਾਤ ਦਾ ਵਿਤਕਰਾ ਹੈ। ਇਹਨਾਂ ਦਾਅਵਿਆਂ ਦੇ ਬਾਵਜੂਦ ਕਿ ਸਿੱਖ ਇੱਕ ਜਾਤ ਪਾਤ ਰਹਿਤ ਭਾਈਚਾਰਾ ਹੈ, ਪਿੰਡਾਂ ਵਿੱਚ ਰਹਿੰਦੇ ਨੀਵੀਂ ਜਾਤੀ ਦੇ ਸਿੱਖਾਂ ਦੇ ਆਪਣੇ ਵੱਖਰੇ ਗੁਰਦੁਆਰੇ ਹਨ। ਸਿੱਖ ਅਜੇ ਵੀ 3 ਵਰਗਾਂ ਵਿੱਚ ਵੰਡੇ ਹੋਏ ਹਨ: ਜੱਟ, ਗੈਰ ਜੱਟ ਤੇ ਮਜ਼੍ਹਬੀ। ਤਿੰਨਾਂ ਵਿੱਚ ਅੰਤਰ ਜਾਤੀ ਵਿਆਹਾਂ ਤੇ ਨਾਰਾਜ਼ਗੀ ਪਾਈ ਜਾਂਦੀ ਹੈ ਤੇ ਮੱਥੇ ਤਿਉੜੀਆਂ ਪਾ ਲਈਆਂ ਜਾਂਦੀਆਂ ਹਨ। ਇੱਕ ਵਰਣਨਯੋਗ ਤਬਦੀਲੀ ਜਿਸ ਦੇ ਭਵਿੱਖ ਵਿੱਚ ਭੈੜੇ ਪ੍ਰਭਾਵ ਪੈ ਸਕਦੇ ਹਨ। ਵੱਡੀ ਪੱਧਰ ਤੇ ਬਿਹਾਰੀ ਤੇ ਉੱਤਰ ਪ੍ਰਦੇਸ਼ ਦੇ ਖੇਤ ਮਜ਼ਦੂਰਾਂ ਦਾ ਪੰਜਾਬ ਵੱਲ ਪ੍ਰਵਾਸ ਹੈ। ਉਹ ਪੰਜਾਬ ਵਿੱਚ ਫਸਲ ਦੀ ਕਟਾਈ ਸਮੇਂ ਮਜ਼ਦੂਰ ਬਣ ਕੇ ਆਉਂਦੇ ਹਨ, ਪਰ ਬਹੁਤੇ ਪੰਜਾਬ ਵਿੱਚ ਰਹਿ ਕੇ ਘਰ ਬਣਾ ਲੈਂਦੇ ਹਨ, ਵੋਟਾਂ ਬਣਵਾ ਲੈਂਦੇ ਹਨ ਤੇ ਰਾਸ਼ਨ ਕਾਰਡ ਵੀ ਬਣਵਾ ਲੈਂਦੇ ਹਨ। ਸਿੱਖ ਕਿਸਾਨਾਂ ਦੇ ਪੁੱਤਰ ਜੋ ਹੱਥੀਂ ਮਿਹਨਤ ਮਜ਼ਦੂਰੀ ਤੋਂ ਟਲਦੇ ਹਨ, ਯੂਰਪ, ਕੈਨੇਡਾ ਤੇ ਸੰਯੁਕਤ ਰਾਜ ਅਮਰੀਕਾ ਜਾਂ ਹੋਰ ਬਾਹਰਲੇ ਦੇਸ਼ਾਂ ਵਿੱਚ ਜਿੱਥੇ ਦੀ ਉਹਨਾਂ ਨੂੰ ਰਾਹਦਾਰੀ ਜਾਂ ਕੰਮ ਕਰਨ ਦੇ ਇਜਾਜ਼ਤਨਾਮੇ ਮਿਲ ਜਾਂਦੇ ਹਨ, ਪ੍ਰਵਾਸ ਕਰ ਜਾਂਦੇ ਹਨ। ਜੇ ਇਹ ਵਰਤਾਰਾ ਜਾਰੀ ਰਿਹਾ ਤਾਂ ਇਸ ਦੇ ਰਾਜ ਦੇ ਸੰਪਰਦਾਇਕ ਸਮੀਕਰਨ ਤੇ ਬੜੇ ਗੰਭੀਰ ਪ੍ਰਭਾਵ ਪੈਣਗੇ। ਹਿੰਦੂਆਂ ਤੇ ਸਿੱਖਾਂ ਦੇ ਆਪਸੀ ਸਬੰਧ ਜੋ ਨੀਲਾ ਤਾਰਾ ਸਾਕਾ ਤੇ ਨਵੰਬਰ 1984 ਵੇਲੇ ਸਿੱਖ ਵਿਰੋਧੀ ਹਿੰਸਾ ਤੇ ਦੰਗਿਆਂ ਪਿੱਛੋਂ ਬੜੇ ਤਲਖ ਹੋ ਗਏ ਸਨ, ਹੁਣ ਹੌਲੀ-ਹੌਲੀ ਨਿਰਸੰਦੇਹ ਬਹੁਤ ਸੁਖਾਵੇਂ ਤੇ ਇਕਸੁਰਤਾ ਵਾਲੇ ਹੋ ਗਏ ਹਨ। ਭਾਵੇਂ ਸਬੰਧ ਪਹਿਲਾਂ ਵਾਂਗ 9 ਮਾਸ ਵਾਲੇ ਆਦਰਸ਼ਕ ਨਾ ਵੀ ਹੋ ਸਕਣ, ਪਰ ਇਹ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਰਹਿ ਕੇ ਵੀ ਉਹ ਸ਼ਾਂਤੀ ਨਾਲ ਰਹਿ ਸਕਦੇ ਹਨ। ਵਿਦੇਸ਼ਾਂ ਵਿੱਚ ਵਸੇ ਸਿੱਖਾਂ ਲਈ ਮਾਣ ਕਰਨ ਦੇ ਅਨੇਕਾਂ ਕਾਰਨ ਹਨ। ਕੈਨੇਡਾ ਵਿੱਚ ਸਿੱਖਾਂ ਨੇ ਲੱਕੜੀ ਕੱਟਣ ਕਾਰਖਾਨਿਆਂ ਤੇ ਕਾਮਿਆਂ ਤੇ ਟੈਕਸੀ ਚਾਲਕਾਂ ਵਜੋਂ ਕੰਮ ਸ਼ੁਰੂ ਕੀਤਾ। ਹੁਣ ਉੱਥੇ ਉਹ ਕਿਸਾਨ ਵੀ ਹਨ, ਪੇਸ਼ਾਵਰ ਵੀ ਤੇ ਉਦਯੋਗਪਤੀ ਵੀ, ਤੇ ਉਹਨਾਂ ਨੇ ਉੱਥੋਂ ਦੇ ਰਾਜਸੀ ਜ਼ਿੰਦਗੀ ਵਿੱਚ ਆਪਣੀ ਹੋਂਦ ਦਾ ਅਹਿਸਾਸ ਕਰਵਾ ਦਿੱਤਾ ਹੈ। ਉੱਜਲ ਦੋਸਾਂਝ ਪਿੱਛੋਂ ਜੋ ਬ੍ਰਿਟਿਸ਼ ਕੋਲੰਬੀਆ ਦਾ 2000 ਤੇ 2001 ਵਿੱਚ ਪ੍ਰਧਾਨ ਮੰਤਰੀ ਬਣਿਆ, ਗੁਲਜ਼ਾਰ ਚੀਮਾ ਪ੍ਰਾਂਤਕ ਸਰਕਾਰ ਵਿੱਚ ਮੰਤਰੀ ਬਣਿਆ ਤੇ ਹਰਬ ਧਾਲੀਵਾਲ ਸੰਘ ਸਰਕਾਰ ਵਿੱਚ ਮੰਤਰੀ ਬਣ ਗਿਆ। ਰਮਿੰਦਰ ਗਿੱਲ ਪ੍ਰਧਾਨ ਮੰਤਰੀ ਦਾ ਪਾਰਲੀਮੈਂਟ ਸਹਾਇਕ ਹੈ। ਸੰਯੁਕਤ ਰਾਜ ਅਮਰੀਕਾ ਵਿੱਚ ਆੜੂ ਸਮਰਾਟ ਦੀਦਾਰ ਸਿੰਘ ਤੋਂ ਬਿਨਾਂ HS ਸਮਰਾ ਵੀ ਹੈ, ਜਿਸ ਦੀ ਓਕਰਾ, ਕਰੇਲੇ ਜਿਹੀਆਂ ਭਾਰਤੀ ਸਬਜ਼ੀਆਂ ਪੈਦਾ ਕਰਨ ਵਿੱਚ ਮੁਹਾਰਤ ਹੈ। ਡਾਕਟਰ NS ਕਪਾਨੀ ਜੋ ਲੰਡਨ, ਸਾਨ ਫਰਾਂਸਿਸਕੋ ਤੇ ਵਾਸ਼ਿੰਗਟਨ ਵਿੱਚ ਸਿੱਖ ਸਮ੍ਰਿਤੀ ਚਿੰਨ੍ਹਾਂ ਦੀ ਨੁਮਾਇਸ਼ ਦਾ ਪ੍ਰਬੰਧਕ ਕਰਨ ਵਿੱਚ ਪ੍ਰਮੁੱਖ ਸੀ ਤੇ ਜਿਸ ਨੂੰ ਰੇਸ਼ੇਦਾਰ ਐਨਕਾਂ ਦਾ ਪਿਤਾਮਾ ਕਿਹਾ ਜਾਂਦਾ ਹੈ, ਹੁਣ ਉਹ ਰੇਸ਼ੇਦਾਰ ਕੱਚ ਦੀਆਂ ਵਸਤੂਆਂ ਦਾ ਸਭ ਤੋਂ ਸਰਵੋਤਮ ਅਧਿਕਾਰ ਪੱਤਰ ਪ੍ਰਾਪਤ ਕਰਤਾ ਹੈ। ਸੰਤ ਸਿੰਘ ਛਤਵਾਲ ਮੁਲਕ ਭਰ ਵਿੱਚ ਹੋਟਲਾਂ ਦੇ ਸਿਲਸਿਲੇ ਦਾ ਮਾਲਕ ਹੈ ਤੇ ਉਹ ਰਾਸ਼ਟਰਪਤੀ ਬਿਲ ਕਲਿੰਟਨ ਦੀ ਚੋਣ ਮੁਹਿੰਮ ਲਈ ਪੈਸਾ ਇਕੱਠਾ ਕਰਨ ਵਾਲੇ ਪ੍ਰਮੁੱਖ ਮੋਹਰੀਆਂ ਵਿੱਚੋਂ ਇੱਕ ਸੀ। ਵਾਸ਼ਿੰਗਟਨ DC ਦੇ ਅਮੀਰ ਵਪਾਰੀ ਨਾਨਕ ਕੋਹਲੀ ਨੇ ਭਾਰਤ ਵਿੱਚ ਪ੍ਰਾਇਮਰੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ 25 ਕਰੋੜ ਰੁਪਏ ਦਾ ਖੈਰਾਤੀ ਟਰੱਸਟ ਕਾਇਮ ਕੀਤਾ ਹੈ। ਇੰਗਲੈਂਡ ਵਿੱਚ ਹਾਊਸ ਆਫ ਕਾਮਨਜ਼ ਤੇ ਹਾਊਸ ਆਫ ਲਾਰਡਜ਼ ਦੋਹਾਂ ਵਿੱਚ ਸਿੱਖ ਪਾਰਲੀਮੈਂਟ ਮੈਂਬਰ ਹਨ। ਰਿਊਬਨ ਸਿੰਘ ਲਖਤੀ ਬਣਨ ਵਾਲਾ ਸਭ ਤੋਂ ਛੋਟੀ ਉਮਰ ਦਾ ਵਿਅਕਤੀ ਹੈ। ਪਾਰਲੀਮੈਂਟ ਦੇ ਚੋਣ ਹਲਕਿਆਂ ਵਿੱਚ ਸਿੱਖ ਜੱਜ ਤੇ ਨਗਰਪਤੀ ਹਨ। ਇਸ ਸੰਪਰਦਾ ਦੀ ਸਫਲਤਾ ਦੀ ਕਹਾਣੀ ਪੂਰਬੀ ਅਫਰੀਕਾ, ਸਿੰਗਾਪੁਰ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿੱਚ ਵੀ ਦੁਹਰਾਈ ਗਈ ਹੈ। ਕਿਹਾ ਜਾ ਸਕਦਾ ਹੈ ਕਿ ਭਾਵੇਂ ਸਿੱਖ ਆਪਣੇ ਭੂਤਕਾਲ ਦੀ ਬਹੁਤ ਸਾਰੀ ਸ਼ੋਭਾ ਤੇ ਸ਼ਾਨ ਗੁਆ ਚੁੱਕੇ ਹਨ, ਪਰ ਉਹਨਾਂ ਦੇ ਉੱਦਮ ਤੇ ਦਬੰਗਪੁਣੇ ਦੀ ਭਾਵਨਾ ਅਜੇ ਵੀ ਜਿੰਦਾ ਹੈ। ਸ਼ਾਇਦ
ਜਿਹੜੀ ਚੀਜ਼ ਉਹਨਾਂ ਨੂੰ ਉਤਸ਼ਾਹ ਦਿੰਦੀ ਹੈ, ਉਹਨਾਂ ਵਿੱਚ ਜ਼ਿੰਦਗੀ ਧੜਕਾਉਂਦੀ ਹੈ। ਇਹ ਉਹਨਾਂ ਦਾ ਅਮਿੱਟ ਵਿਸ਼ਵਾਸ ਹੈ ਕਿ ਆਦਮੀ ਨੂੰ ਕਦੀ ਹੌਸਲਾ ਨਹੀਂ ਹਾਰਨਾ ਚਾਹੀਦਾ ਤੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ। ਸਮੇਂ ਤੋਂ ਪਹਿਲਾਂ ਕਰਵਾਈਆਂ ਗਈਆਂ ਚੋਣਾਂ ਅਪ੍ਰੈਲ 2004 ਵਿੱਚ ਹੋਈਆਂ। ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਉਹਦੇ ਨਾਇਬ ਲਾਲ ਕ੍ਰਿਸ਼ਨ ਅਡਵਾਨੀ ਨੂੰ ਭਾਰੀ ਬਹੁਮਤ ਨਾਲ ਧੜੱਲੇਦਾਰ ਵਾਪਸੀ ਦੀ ਉਮੀਦ ਸੀ। ਉਹਨਾਂ ਨੇ ਭਾਰਤ ਚਮਕ ਰਿਹਾ ਹੈ, ਇੰਡੀਆ ਸ਼ਾਈਨਿੰਗ ਤੇ ਚੰਗਾ ਮਹਿਸੂਸ ਕਰੋ, ਫੀਲ ਗੁੱਡ ਦੇ ਨਾਅਰਿਆਂ ਨਾਲ ਜ਼ੋਰਦਾਰ ਚੋਣ ਮੁਹਿੰਮ ਵੀ ਚਲਾਈ, ਕਿਉਂਕਿ ਉਹਨਾਂ ਦੇ ਰਾਜਕਾਲ ਵਿੱਚ ਦੇਸ਼ ਨੇ ਕਾਫੀ ਉੱਨਤੀ ਕੀਤੀ ਸੀ। ਪਰੰਤੂ ਉਹਨਾਂ ਨੂੰ ਸਖਤ ਝਟਕਾ ਲੱਗਾ ਜਦੋਂ ਅਗਲੇ ਮਹੀਨੇ ਚੋਣ ਨਤੀਜੇ ਆਉਣੇ ਸ਼ੁਰੂ ਹੋਏ ਤਾਂ ਭਾਜਪਾ ਦੀ ਅਗਵਾਈ ਵਿੱਚ ਸੱਜੇ ਪੱਖੀ ਹਿੰਦੂ ਪਾਰਟੀਆਂ ਨੂੰ ਸੋਨੀਆ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਹੱਥੋਂ ਸ਼ਰਮਨਾਕ ਹਾਰ ਹੋਈ। ਨਿਰਾਸ਼ ਹੋ ਕੇ ਭਾਜਪਾ ਨੇ ਇੱਕ ਜ਼ੋਰਦਾਰ ਮੁਹਿੰਮ ਚਲਾ ਦਿੱਤੀ ਤੇ ਦੇਸ਼ ਵਾਸੀਆਂ ਨੂੰ ਕਿਹਾ ਕਿ ਉਹ ਇੱਕ ਵਿਦੇਸ਼ੀ ਮਹਿਲਾ ਨੂੰ ਪ੍ਰਧਾਨ ਮੰਤਰੀ ਸਵੀਕਾਰ ਨਾ ਕਰਨ। ਇੱਕ ਵਾਰ ਫਿਰ ਸੋਨੀਆ ਗਾਂਧੀ ਨੇ ਡਾਕਟਰ ਮਨਮੋਹਨ ਸਿੰਘ ਨੂੰ ਕਾਂਗਰਸ ਪਾਰਟੀ ਵੱਲੋਂ ਨਾਮਜ਼ਦ ਕਰਕੇ ਉਹਨਾਂ ਨੂੰ ਪਟਖਣ ਦੇ ਦਿੱਤੀ। ਵਿਰੋਧੀ ਧਿਰ ਠੁੱਸ ਹੋ ਗਈ। ਇਹ ਪ੍ਰਤੀਤ ਹੁੰਦਾ ਹੈ ਕਿ ਇੱਕ ਗੁਪਤ ਸਮਝੌਤਾ ਸੀ ਕਿ ਜਦੋਂ ਸ਼੍ਰੀਮਤੀ ਗਾਂਧੀ ਕਾਂਗਰਸ ਪ੍ਰਧਾਨ ਵਜੋਂ ਰਾਜਸੀ ਮਾਮਲਿਆਂ ਤੇ ਨਿਯੰਤਰਣ ਰੱਖੇਗੀ, ਡਾਕਟਰ ਮਨਮੋਹਨ ਸਿੰਘ ਨੂੰ ਮੁਲਕ ਦੀ ਆਰਥਿਕ ਸਥਿਤੀ ਨੂੰ ਸਹੀ ਰਾਹ ਤੇ ਲਿਆਉਣ ਲਈ ਪੂਰੀ ਖੁੱਲ੍ਹ ਹੋਵੇਗੀ। ਡਾਕਟਰ ਮਨਮੋਹਨ ਸਿੰਘ ਨੇ ਮਨਟੇਕ ਸਿੰਘ ਆਹਲੂਵਾਲੀਆ ਨੂੰ ਵਾਪਸ ਬੁਲਾ ਕੇ ਯੋਜਨਾ ਕਮਿਸ਼ਨ ਦਾ ਉਪ ਪ੍ਰਧਾਨ ਨਿਯੁਕਤ ਕਰ ਦਿੱਤਾ, ਜਿਹੜਾ ਡਾਕਟਰ ਮਨਮੋਹਨ ਸਿੰਘ ਦੇ ਵਿੱਤ ਮੰਤਰੀ ਹੋਣ ਸਮੇਂ ਉਹਦਾ ਵਿੱਤ ਸਕੱਤਰ ਰਿਹਾ ਸੀ। ਇਸ ਤਰ੍ਹਾਂ 2004 ਦੇ ਵਰ੍ਹੇ ਵਿੱਚ 2 ਸਿੱਖ ਮੁਲਕ ਦੇ ਸ਼ਾਸਨ ਦੀ ਅਗਵਾਈ ਕਰ ਰਹੇ ਸਨ। ਇਸ ਤਰ੍ਹਾਂ ਉਹ ਭਵਿੱਖਬਾਣੀ ਪੂਰੀ ਹੋ ਗਈ ਕਿ ਖਾਲਸਾ ਰਾਜ ਕਰੇਗਾ। ਅੰਤਿਕਾ ਨੰਬਰ 1 ਸਿੱਖਾਂ ਦਾ ਸੱਭਿਆਚਾਰਕ ਵਿਰਸਾ, ਪੰਜਾਬੀ ਭਾਸ਼ਾ, ਸਾਹਿਤ ਤੇ ਚਿੱਤਰਕਲਾ। ਭਾਸ਼ਾ। ਪੰਜਾਬੀ ਭਾਸ਼ਾ ਦੇ ਆਰੰਭ ਬਾਰੇ ਵਿਰੋਧੀ ਵਿਚਾਰ ਹਨ। ਸਾਨੂੰ ਇਸ ਬਾਰੇ ਕੋਈ ਪੱਕਾ ਵਿਸ਼ਵਾਸ ਨਹੀਂ ਹੈ ਕਿ ਆਰੀਆ ਲੋਕਾਂ ਦੇ ਹਮਲਿਆਂ ਤੋਂ ਪਹਿਲਾਂ ਇਸ ਖੇਤਰ ਵਿੱਚ ਲੋਕ ਕਿਹੜੀ ਭਾਸ਼ਾ ਬੋਲਦੇ ਸਨ। ਭਾਵੇਂ ਇਹ ਕੋਈ ਵੀ ਭਾਸ਼ਾ ਹੋਵੇ, ਇਹ ਸੰਸਕ੍ਰਿਤ ਦੇ ਪ੍ਰਭਾਵ ਅਧੀਨ ਸੀ। ਉਸ ਮਗਰੋਂ ਆਰੀਆ ਦੀ ਸੰਸਕ੍ਰਿਤੀ ਵਿੱਚ ਜੱਟ ਕਬੀਲੇ ਦੀ ਭਾਸ਼ਾ ਦੀ ਮਿਲਾਵਟ ਹੋ ਗਈ, ਜੋ ਰਾਜਸਥਾ ਤੋਂ ਪ੍ਰਵਾਸ ਕਰਕੇ ਪੰਜਾਬ ਵਿੱਚ ਆ ਵਸੇ ਸਨ। ਇਸ ਮਿਸ਼ਰਣ ਤੋਂ ਹਿੰਦਕੋ, ਮੁਲਤਾਨੀ, ਪੋਠੋਹਾਰੀ, ਮਾਝੀ, ਮਲਵਈ, ਪੁਆਧੀ, ਡੋਗਰੀ, ਦੁਆਬੀ ਤੇ ਪਹਾੜੀ ਆਦਿ ਉਪ ਭਾਸ਼ਾਵਾਂ ਦਾ ਜਨਮ ਹੋਇਆ। 11ਵੀਂ ਸਦੀ ਦੇ ਪੰਜਾਬ ਉੱਪਰ ਹੋਰ ਵੀ ਕਈ ਭਾਸ਼ਾਈ ਪ੍ਰਭਾਵ ਪਏ। ਮੁਸਲਮਾਨ ਹਮਲਾਵਰ ਅਰਬੀ, ਫਾਰਸੀ ਤੇ ਤੁਰਕੀ ਲਿਆਏ। ਅੰਗਰੇਜ਼ਾਂ ਨੇ ਅੰਗਰੇਜ਼ੀ ਸ਼ੁਰੂ ਕੀਤੀ। ਵਿਜੇਤਾਵਾਂ ਦੀਆਂ ਭਾਸ਼ਾਵਾਂ ਨੇ ਪੰਜਾਬੀ ਦੇ ਮੂਲ ਢਾਂਚੇ ਨੂੰ ਤਬਦੀਲ ਕੀਤੇ ਬਿਨਾਂ ਇਸ ਨੂੰ ਅਮੀਰ ਕੀਤਾ। ਕਿਉਂਕਿ ਮੁਸਲਮਾਨ ਹਮਲਾਵਰ ਪੰਜਾਬ ਵਿੱਚ ਵਸ ਗਏ ਸਨ, ਇਸ ਲਈ ਅਰਬੀ, ਫਾਰਸੀ ਤੇ ਤੁਰਕੀ ਦੇ ਸ਼ਬਦ ਕਿਸਾਨਾਂ ਦੀ ਬੋਲਚਾਲ ਵਿੱਚ ਆ ਗਏ। ਅੰਗਰੇਜ਼ੀ ਸੰਬੰਧੀ ਇਹ ਗੱਲ ਪੂਰੀ ਤਰ੍ਹਾਂ ਲਾਗੂ ਨਾ ਹੋਈ, ਕਿਉਂਕਿ ਇਹ ਰਾਜ ਪ੍ਰਬੰਧ ਤੇ ਤਕਨੀਕ ਮਾਮਲਿਆਂ ਤੱਕ ਹੀ ਸੀਮਿਤ ਰਹੀ ਹੈ ਤੇ ਇਹਦੀ ਵਰਤੋਂ ਸਿਰਫ ਪੜ੍ਹੇ ਲਿਖੇ ਵਰਗ ਹੀ ਕਰਦੇ ਸਨ। ਗੁਰਮੁਖੀ ਲਿਪੀ। ਵਿਦਵਾਨਾਂ ਦਾ ਗੁਰਮੁਖੀ ਲਿਪੀ ਦੇ ਆਰੰਭ ਬਾਰੇ ਮਤਭੇਦ ਹੈ। ਆਮ ਵਿਸ਼ਵਾਸ ਇਹ ਹੈ ਕਿ ਦੂਸਰੇ ਗੁਰੂ ਅੰਗਦ ਦੇਵ ਨੇ ਇਹ ਲਿਪੀ ਬਣਾਈ ਸੀ, ਪਰੰਤੂ ਇਸ ਨੂੰ ਤੱਥ ਨਾਲ ਗਲਤ ਸਿੱਧ ਕੀਤਾ ਜਾਂਦਾ ਹੈ ਕਿ ਗੁਰੂ ਨਾਨਕ ਨੇ ਆਪਣੀ ਅੱਖਰ ਬੱਧ 35 ਅੱਖਰੀ ਵਿੱਚ ਇਸ ਦੇ 35 ਅੱਖਰਾਂ ਦੀ ਵਰਤੋਂ ਕੀਤੀ ਸੀ। ਇਸ ਤੋਂ ਕੁਝ ਵਿਦਵਾਨਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਨਾਨਕ ਗੁਰਮੁਖੀ ਵਰਣਮਾਲਾ ਦਾ ਰਚਨਹਾਰਾ ਸੀ। ਹੁਣੇ ਨਾਨਕ ਦੇ ਸਮੇਂ ਤੋਂ ਪਹਿਲਾਂ ਦੇ ਦਸਤਾਵੇਜ਼ ਮਿਲੇ ਹਨ ਜੋ ਇਹ ਨਿਸ਼ਚੇ ਪੂਰਵਕ ਸਿੱਧ ਕਰਦੇ ਹਨ ਕਿ 35 ਅੱਖਰ, ਜਿਨ੍ਹਾਂ ਨੂੰ ਅਸੀਂ ਗੁਰਮੁਖੀ ਕਹਿੰਦੇ ਹਾਂ, ਗੁਰੂ ਸਾਹਿਬਾਨ ਦੇ ਸਮੇਂ ਤੋਂ ਬਹੁਤ ਪਹਿਲਾਂ ਵਰਤੇ ਜਾਂਦੇ ਸਨ। ਪ੍ਰੀਤਮ ਸਿੰਘ, ਜਿਸ ਨੂੰ ਆਮ ਤੌਰ ਤੇ ਇੱਕ ਪ੍ਰਸਿੱਧ ਵਿਦਵਾਨ ਮੰਨਿਆ ਜਾਂਦਾ ਹੈ, ਇਸ ਵਿਚਾਰਦਾ ਹੈ ਕਿ ਗੁਰਮੁਖੀ ਲਿਪੀ ਉੱਤਰੀ ਭਾਰਤ ਦੀਆਂ ਹੋਰ ਲਿਪੀਆਂ ਵਾਂਗ ਸਮਰਾਟ ਅਸ਼ੋਕ ਦੇ ਸਮੇਂ ਭਾਵ ਤੀਸਰੀ ਪੂਰਵ ਈਸਵੀ ਦੇ ਸਮੇਂ ਵਿੱਚ ਵਰਤੀ ਜਾਂਦੀ ਸੀ ਤੇ ਇਹ ਬ੍ਰਾਹਮਣੀ ਲਿਪੀ ਵਿੱਚੋਂ ਉਤਪੰਨ ਹੋਈ ਸੀ, ਪਰ ਇਸ ਦੇ ਵਿਕਾਸ ਦੀਆਂ ਨਿਸ਼ਚਿਤ
ਤਾਰੀਖਾਂ ਨਹੀਂ ਮਿਥੀਆਂ ਜਾ ਸਕਦੀਆਂ। ਸਾਹਿਤ। ਪੰਜਾਬੀ ਵਿਦਵਾਨ ਵੀ ਦੂਸਰੀਆਂ ਭਾਸ਼ਾਵਾਂ ਦੇ ਸਾਹਿਤਕਾਰਾਂ ਵਾਂਗ ਆਪਣੇ ਸਾਹਿਤ ਦੀ ਪ੍ਰਾਚੀਨਤਾ ਸਿੱਧ ਕਰਨ ਲਈ ਟੱਕਰ ਲੈਂਦੇ ਹਨ, ਪਰੰਤੂ ਪੰਜਾਬੀ ਲਿਖਤਾਂ ਦਾ ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਦਾ ਤੇ ਉਹਨਾਂ ਦੀ ਭਾਸ਼ਾ ਦੇ ਸ਼ਬਦਾਂ ਦੇ ਸੰਮਿਲਨ ਦਾ ਬੜਾ ਘੱਟ ਪ੍ਰਮਾਣ ਮਿਲਦਾ ਹੈ। ਸਭ ਤੋਂ ਪੁਰਾਣੀ ਮਿਸਾਲ ਜਿਸ ਨੂੰ ਪੰਜਾਬੀ ਕਵਿਤਾ ਕਿਹਾ ਜਾ ਸਕਦਾ ਹੈ, ਉਹ ਵਾਰਾਂ ਦੇ ਰੂਪ ਵਿੱਚ ਹੈ, ਜਿਨ੍ਹਾਂ ਦੀ ਰਚਨਾ ਮੁਸਲਮਾਨਾਂ ਦੇ ਹਮਲਿਆਂ ਸਮੇਂ ਕੀਤੀ ਗਈ ਸੀ। ਇਹ ਵਾਰਾਂ ਖਾਸ ਧੁਨੀ ਅਨੁਸਾਰ ਗਾਈਆਂ ਜਾਂਦੀਆਂ ਸਨ, ਜਿਨ੍ਹਾਂ ਦਾ ਜ਼ਿਕਰ ਗੁਰੂ ਨਾਨਕ ਦੀ ਰਚਨਾ ਵਿੱਚ ਮਿਲਦਾ ਹੈ, ਜਿਵੇਂ ਰਾਏ ਕਮਾਲ ਦੀ ਵਾਰ, ਟੁੰਡੇ, ਅਸਰਾਜੇ ਕੀ ਵਾਰ ਆਦਿ। ਸੂਫੀ। ਸੂਫੀਆਂ ਦੇ ਕਈ ਸਿਲਸਿਲਿਆਂ ਵਿੱਚੋਂ ਪੰਜਾਬ ਵਿੱਚ 3 ਵਧੇ ਫੁੱਲੇ ਤੇ ਵਿਕਸਿਤ ਹੋਏ ਤੇ ਉਹਨਾਂ ਨੇ ਕਈ ਸ਼ਾਇਰ ਪੈਦਾ ਕੀਤੇ। ਚਿਸ਼ਤੀਆਂ ਦਾ ਸ਼ਾਇਰ ਫਰੀਦ ਸ਼ਕਰਗੰਜ 12ਵੀਂ ਸਦੀ ਵਿੱਚ ਹੋਇਆ। ਕਲੰਦਰੀ ਸੂਫੀਆਂ ਦਾ ਉੱਘਾ ਸ਼ਾਇਰ ਸ਼ਾਹ ਹੁਸੈਨ 16ਵੀਂ ਸਦੀ ਵਿੱਚ ਹੋਇਆ ਤੇ ਕਾਦਰੀ ਸਿਲਸਿਲੇ ਦਾ ਬੁੱਲ੍ਹੇ ਸ਼ਾਹ ਗੁਰੂ ਗੋਬਿੰਦ ਸਿੰਘ ਦਾ ਸਮਕਾਲੀ ਸੀ। ਫਰੀਦ ਸ਼ਕਰਗੰਜ ਪੰਜਾਬੀ ਸਾਹਿਤ ਦਾ ਪਹਿਲਾ ਵੱਡਾ ਤੇ ਉੱਘਾ ਨਾਮ ਹੈ। ਉਸ ਨੇ ਪਾਕਪਟਨ ਨੂੰ ਆਪਣਾ ਪੱਕਾ ਟਿਕਾਣਾ ਬਣਾਇਆ, ਜਿੱਥੇ ਉਸ ਦੇ ਉੱਤਰਾਧਿਕਾਰੀ ਵੀ ਫਰੀਦ ਨਾਮ ਹੇਠ ਧਾਰਮਿਕ ਬਾਣੀ ਦੀ ਰਚਨਾ ਕਰਦੇ ਰਹੇ ਤੇ ਸੂਫੀ ਸਿਧਾਂਤਾਂ ਦਾ ਪ੍ਰਚਾਰ ਕਰਦੇ ਰਹੇ। ਇਹ ਭਰੋਸੇ ਨਾਲ ਕਹਿਣਾ ਔਖਾ ਹੈ ਕਿ ਕਿਹੜਾ ਫਰੀਦ ਨੇ ਬਾਣੀ ਦੀ ਕਿਸ ਪੰਕਤੀ ਦੀ ਰਚਨਾ ਕੀਤੀ। ਫਰੀਦ ਦੇ ਨਾਮ ਹੇਠ 112 ਸ਼ਲੋਕ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕੀਤੇ ਗਏ ਹਨ। ਫਰੀਦ ਦਾ ਮੁੱਖ ਵਿਸ਼ਾ ਮੌਤ ਸੀ। ਉਸ ਨੇ ਆਪਣੇ ਆਪ ਨੂੰ ਬਿਆਨ ਕਰਦਿਆਂ ਲਿਖਿਆ ਹੈ, ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਫ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸਾਚੇ ਵੇਖ। ਉਸ ਦੀ ਬਹੁਤੀ ਰਚਨਾ ਵਿੱਚ ਉਦਾਸੀ ਤੇ ਵਿਸ਼ਾਦ ਦੀ ਸੁਰ ਵਿਆਪਕ ਹੈ। ਸੂਫੀਆਂ ਤੇ ਭਗਤਾਂ ਦੀ ਪਰਿਪਾਟੀ ਅਨੁਸਾਰ ਫਰੀਦ ਪਰਮਾਤਮਾ ਦੀ ਭਾਲ ਦਾ ਉਸ ਤਰ੍ਹਾਂ ਹੀ ਜ਼ਿਕਰ ਕਰਦਾ ਹੈ, ਜਿਸ ਤਰ੍ਹਾਂ ਇੱਕ ਇਸਤਰੀ ਆਪਣੇ ਪ੍ਰੇਮੀ ਦੀ ਭੌਤਿਕ ਤੌਰ ਤੇ ਇੱਛਾ ਕਰਦੀ ਹੈ। ਇਹੋ ਪਰੰਪਰਾ ਸਿੱਖ ਗੁਰੂਆਂ ਦੀ ਬਾਣੀ ਵਿੱਚ ਵੀ ਕਾਇਮ ਰਹੀ। ਲਾਹੌਰ ਦਾ ਸ਼ਾਹ ਹੁਸੈਨ ਸ਼ਰਾਬ, ਸੰਗੀਤ, ਨਾਚ ਦਾ ਸ਼ੌਕੀਨ ਤੇ ਸਮਲਿੰਗੀ ਸੀ। ਉਹਦੇ ਖਬਤ ਤੇ ਉਹਦੀ ਕਵਿਤਾ ਸਭ ਲੋਕਾਂ ਦੀ ਜ਼ੁਬਾਨ ਤੇ ਸੀ। ਉਹਦੀ ਰਚਨਾ ਵਿੱਚ ਕਾਫੀਆਂ ਤੋਂ ਬਿਨਾਂ ਕੁਝ ਨਹੀਂ ਮਿਲਦਾ, ਜਿਨ੍ਹਾਂ ਦਾ ਉਲੇਖ ਵੀ ਮਗਰੋਂ ਕੀਤਾ ਗਿਆ। ਉਸਦੇ ਨਾਮ ਨਾਲ ਜੁੜੀਆਂ ਰਚਨਾਵਾਂ ਦੀ ਪ੍ਰਧਾਨ ਸੁਰ ਨਿਰਾਸਤਾ ਤੇ ਤਿਆਗ ਹੈ। ਪਿਆਰੇ ਤੋਂ ਵਿਛੋੜੇ ਦੀ ਪੀੜ ਮੈਂ ਕਿਸਨੂੰ ਆਖਾਂ, ਮੈਂ ਉਸ ਤੋਂ ਵਿਛੜ ਕੇ ਡਾਢਾ ਵਿਆਕੁਲ ਹਾਂ। ਇਸ ਪੀੜ ਨੇ ਮੈਨੂੰ ਝੱਲਾ ਬਣਾ ਦਿੱਤਾ ਹੈ। ਮੈਂ ਉਸ ਦੀ ਖੋਜ ਕਰਦਾ ਜੰਗਲਾਂ ਵਿੱਚ ਘੁੰਮਿਆ ਹਾਂ, ਪਰ ਮੈਂ ਉਸ ਨੂੰ ਲੱਭ ਨਹੀਂ ਸਕਿਆ। ਮੇਰੇ ਅੰਦਰ ਅੱਗ ਧੁਖ ਰਹੀ ਹੈ ਤੇ ਮੈਂ ਕਾਲੇ ਧੂੰਏਂ 'ਚੋਂ ਅੰਗਿਆਰ ਲੱਭ ਰਿਹਾ ਹਾਂ। ਹੁਸੈਨ ਕਹਿੰਦਾ ਹੈ, ਮੇਰੇ ਪਿਆਰੇ ਮੈਨੂੰ ਮਿਲ, ਪਿਆਰੇ ਦੇ ਮਾਰਿਆਂ ਦੀ ਕਿਸਮਤ ਤੇ ਤਰਸ ਕਰ। ਬੁੱਲ੍ਹੇ ਸ਼ਾਹ ਕਸੂਰ ਦੇ ਨੇੜੇ ਇੱਕ ਪਿੰਡ ਵਿੱਚ ਪੈਦਾ ਹੋਇਆ ਸੀ। ਉਹ ਸਾਰੇ ਸੂਫੀਆਂ ਤੋਂ ਵੱਧ ਗਾਵਿਆ ਗਿਆ ਤੇ ਉਸ ਦੇ ਹੀ ਬਹੁਤੇ ਪ੍ਰਮਾਣ ਦਿੱਤੇ ਜਾਂਦੇ ਹਨ। ਉਹ ਕਾਦਰੀ ਸਿਲਸਿਲੇ ਦੇ ਇਨਾਇਤ ਸ਼ਾਹ ਦਾ ਮੁਰੀਦ ਸੀ। ਉਹ ਮਸਜਿਦ ਛੱਡ ਕੇ ਪ੍ਰੇਮ ਦੇ ਗੀਤ ਗਾਉਣ ਲਈ ਸੂਫੀਆਂ ਦੇ ਡੇਰੇ ਚਲਾ ਗਿਆ। ਉਸ ਨੇ ਲਿਖਿਆ ਕਿ ਪਿਆਰ ਦੀ ਪਹਿਲੀ ਪੌੜੀ ਮੌਤ ਤੇ ਜ਼ਿੰਦਗੀ ਵਿਚਕਾਰ ਨਰਕ ਹੈ। ਹਾਜੀ ਲੋਕ ਤਾਂ ਮੱਕੇ ਨੂੰ ਜਾਂਦੇ ਹਨ, ਪਰ ਮੇਰੇ ਲਈ ਯਾਰ ਦਾ ਮੁਖੜਾ ਹੀ ਕਾਬਾ ਹੈ। ਉਸ ਨੇ ਇੱਕ ਹੋਰ ਨਜ਼ਮ ਵਿੱਚ ਲਿਖਿਆ, ਸ਼ਰਅ ਕਹਿੰਦੀ ਹੈ ਕਿ ਮੈਂ ਕਾਨੂੰਨ ਜਾਣਨ ਲਈ ਮੁੱਲਾਂ ਕੋਲ ਜਾਵਾਂ। ਪਿਆਰ ਕਹਿੰਦਾ ਹੈ ਕਿ ਇੱਕ ਲਫ਼ਜ਼ ਹੀ ਕਾਫੀ ਹੈ, ਕਾਨੂੰਨ ਦੀਆਂ ਕਿਤਾਬਾਂ ਪਰੇ ਕਰ ਦਿਓ। ਸ਼ਰਅ ਕਹਿੰਦੀ ਹੈ 5 ਵਾਰ ਉਜੂ ਕਰੋ ਤੇ ਮੰਦਰ ਵਿੱਚ ਇਕੱਲੇ ਪੂਜਾ ਕਰੋ। ਪਿਆਰ ਕਹਿੰਦਾ ਹੈ ਤੁਹਾਡੀ ਪੂਜਾ ਝੂਠੀ ਹੈ ਜੇ ਤੁਸੀਂ ਆਪਣੇ ਆਪ ਨੂੰ ਪ੍ਰੇਮੀ ਤੋਂ ਵੱਖ ਸਮਝਦੇ ਹੋ। ਸੂਫੀ ਪਿੰਡਾਂ ਵਿੱਚ ਰਹਿੰਦੇ ਸਨ ਤੇ ਉਹਨਾਂ ਦੀ ਬੋਲਚਾਲ ਦੀ ਸ਼ਬਦਾਵਲੀ ਗਵਾਰੂ ਤੇ ਪੇਂਡੂ ਹੈ। ਉਹਨਾਂ ਨੂੰ ਆਪਣੀਆਂ ਕਵਿਤਾਵਾਂ ਲਈ ਰੂਪਕ ਤੇ
ਅਲੰਕਾਰ, ਕਿਸਾਨਾਂ, ਸ਼ਿਲਪੀਆਂ, ਇਸਤਰੀਆਂ ਤੇ ਸਾਂਝੇ ਪਰਿਵਾਰਾਂ ਦੇ ਗੁੰਝਲਦਾਰ ਜਜ਼ਬਿਆਂ, ਰਿਸ਼ਤਿਆਂ, ਜਿਵੇਂ ਭੈਣ ਦਾ ਆਪਣੇ ਭਰਾ ਲਈ ਪਿਆਰ, ਸ਼ੌਂਕਣਾਂ ਵਿੱਚ ਟੱਕਰ ਤੇ ਸਾੜਾ, ਸੱਸ ਦੇ ਜ਼ੁਲਮ ਆਦਿ ਦੀਆਂ ਘਟਨਾਵਾਂ 'ਚੋਂ ਮਿਲੇ। ਸਿੱਖ ਗੁਰੂਆਂ ਤੇ ਖਾਸ ਕਰਕੇ ਨਾਨਕ ਨੇ ਇਹਨਾਂ ਆਮ ਸਥਿਤੀਆਂ, ਵਿਲਾਸ ਤੇ ਮਨ ਪਰਚਾਵਿਆਂ ਦੀ ਵਰਤੋਂ ਆਪਣੇ ਸੰਦੇਸ਼ ਲਈ ਖੁੱਲ੍ਹ ਕੇ ਕੀਤੀ। ਸੂਫੀ ਕਵੀਆਂ ਦੀ ਇੱਕ ਹੋਰ ਮਹੱਤਵਪੂਰਨ ਯੋਗਦਾਨ ਕਵਿਤਾ ਦੇ ਕਈ ਰੂਪਾਂ ਨੂੰ ਵਰਤਣ ਵਿੱਚ ਹੈ, ਜੋ ਪੰਜਾਬੀ ਸਾਹਿਤ ਦਾ ਵਿਸ਼ੇਸ਼ ਤੇ ਅਲੌਕਿਕ ਅੰਗ ਬਣ ਗਏ, ਜਿਨ੍ਹਾਂ ਵਿੱਚ ਕਾਫੀ, ਬਾਰਾਂਮਾਹ ਤੇ ਸ਼੍ਰੀ ਹਰਫੀ ਦੀ ਮਿਸਾਲ ਦਿੱਤੀ ਜਾਂਦੀ ਹੈ। ਕਾਫੀ 4 ਸਤਰਾਂ ਦੀ ਕਵਿਤਾ ਹੈ, ਜਿਸ ਵਿੱਚ ਪਹਿਲੀ, ਦੂਜੀ ਤੇ ਚੌਥੀ ਦਾ ਤੁਕਾਂਤ ਮਿਲਦਾ ਹੈ। ਇਸ ਤੋਂ ਫਾਰਸੀ ਦੇ ਸ਼ਾਇਰ ਜਾਣੂ ਸਨ ਤੇ ਉਹ ਹੁਣ ਉਰਦੂ ਸ਼ਾਇਰ ਵਿੱਚ ਵੀ ਹਰਮਨ ਪਿਆਰੀ ਹੈ। ਬਾਰਾਂਮਾਹ ਸ਼ਾਇਰ ਨੂੰ 12 ਮਹੀਨਿਆਂ ਰਾਹੀਂ ਮੌਸਮਾਂ ਦੀ ਖੂਬਸੂਰਤੀ ਬਿਆਨ ਕਰਨ ਦੀ ਪੂਰੀ ਖੁੱਲ੍ਹ ਦਿੰਦਾ ਹੈ ਤੇ ਉਸ ਰਾਹੀਂ ਹੀ ਉਹ ਆਪਣਾ ਸੰਦੇਸ਼ ਦਿੰਦੇ ਹਨ। ਪੰਜਾਬੀ ਕਵਿਤਾ ਦੇ ਸਰਵੋਤਮ ਬਿਰਤਾਂਤ ਜੋ ਪ੍ਰਕਿਰਤੀ ਬਾਰੇ ਹੈ, ਉਹਨਾਂ ਦਾ ਆਰੰਭ ਬਾਰਾਂਮਾਹਾਂ ਦੀ ਰਚਨਾ ਨਾਲ ਸ਼ੁਰੂ ਹੋਇਆ। ਆਦਿ ਗ੍ਰੰਥ ਵਿੱਚ ਸ਼ਾਇਦ ਗੁਰੂ ਜੀ ਵੱਲੋਂ ਪ੍ਰਕਿਰਤੀ ਚਿਤਰਨ ਭਾਸ਼ਾ ਵਿੱਚ ਸਭ ਤੋਂ ਸੁੰਦਰ ਹੈ। ਸ਼੍ਰੀ ਹਰਫੀ ਜਾਂ 35 ਅੱਖਰੀ ਵਰਣਮਾਲਾ ਦੇ ਪਹਿਲੇ ਅੱਖਰਾਂ ਤੋਂ ਸੰਕੇਤ ਲੈਂਦੀ ਹੈ। ਇਸ 35 ਅੱਖਰੀ ਦੀ ਸਿੱਖ ਗੁਰੂ ਸਾਹਿਬਾਨ ਨੇ ਵਰਤੋਂ ਕੀਤੀ ਸੀ, ਪਰ ਮਗਰੋਂ ਇਸ ਦਾ ਤਿਆਗ ਕਰ ਦਿੱਤਾ ਗਿਆ ਸੀ ਤੇ ਇਸ ਦੀ ਫਿਰ ਵਰਤੋਂ ਕਦੇ ਨਾ ਕੀਤੀ ਗਈ। ਪੰਜਾਬੀ ਸਾਹਿਤ ਵਿੱਚ ਮੁਸਲਮਾਨ ਲੇਖਕਾਂ ਦਾ ਇੱਕ ਹੋਰ ਮਹੱਤਵਪੂਰਨ ਯੋਗਦਾਨ ਕਿੱਸਾ ਰਚਨਾ ਹੈ। ਇਹ ਪ੍ਰੇਮ ਕਿੱਸੇ ਹਰ ਘਰ ਵਿੱਚ ਦੱਸੇ ਤੇ ਗਾਏ ਜਾਂਦੇ ਹਨ। ਇਹਨਾਂ ਵਿੱਚੋਂ ਹੀ ਰਾਂਝੇ ਦਾ ਕਿੱਸਾ, ਵਾਰਿਸ ਸ਼ਾਹ, ਸੱਸੀ ਪੁੰਨੂ, ਸੱਸੀ, ਹਾਸ਼ਮ ਤੇ ਮਿਰਜ਼ਾ ਸਾਹਿਬਾਂ ਹਨ। ਇਹ ਦੁਖਾਂਤਕ ਪ੍ਰੇਮ ਕਹਾਣੀਆਂ ਪੰਜਾਬ ਗਲਪ ਦਾ ਆਧਾਰ ਬਣੀਆਂ। ਸਿੱਖ ਗੁਰੂ, ਬਹੁਤ ਸਾਰੇ ਸਿੱਖ ਗੁਰੂ ਸਾਹਿਬਾਨਾਂ ਨੇ ਕਵਿਤਾ ਰਚੀ। 3 ਗੁਰੂ ਜਿਨ੍ਹਾਂ ਦੀ ਰਚਨਾ ਸਾਹਿਤ ਵਿੱਚ ਅਧਿਕ ਪੜ੍ਹੀ ਜਾਂਦੀ ਹੈ, ਉਹ ਹਨ ਨਾਨਕ, ਅਰਜਨ ਤੇ ਗੋਬਿੰਦ ਸਿੰਘ। ਗੁਰੂ ਨਾਨਕ ਨੇ ਆਪਣੀ ਕਵਿਤਾ ਰਾਹੀਂ ਉਪਦੇਸ਼ ਦਿੱਤੇ ਤੇ ਪ੍ਰਚਾਰ ਕੀਤਾ। ਉਸ ਦੀਆਂ ਰਚਨਾਵਾਂ ਵਿੱਚ ਸਿੱਖਿਆਵਾਂ ਹਨ, ਜਿਸ ਰਾਹੀਂ ਉਹ ਆਪਣਾ ਜੀਵਨ ਫਲਸਫਾ ਜਾਂ ਦਰਸ਼ਨ ਪੇਸ਼ ਕਰਦਾ ਹੈ ਤੇ ਦੂਸਰਿਆਂ ਨੂੰ ਇੱਕ ਖਾਸ ਜੀਵਨ ਜਾਂਚ ਅਪਣਾਉਣ ਦੀ ਪ੍ਰੇਰਨਾ ਦਿੰਦਾ ਹੈ। ਬਹੁਤ ਸਾਰੀ ਸਿੱਖਿਆਦਾਇਕ ਕਵਿਤਾ ਹੁੰਦੀ ਹੈ ਤੇ ਉਹ ਤੁਕਬੰਦੀ ਬਣ ਜਾਂਦੀ ਹੈ, ਪਰੰਤੂ ਗੁਰੂ ਜੀ ਦੀ ਬਾਣੀ ਵਿੱਚ ਪ੍ਰਗਟਾਵੇ ਦੀ ਵਿਲੱਖਣਤਾ ਹੈ। ਪੇਂਡੂ ਗੀਤਾਂ ਦੀ ਸੁੰਦਰਤਾ ਤੇ ਸੁਹਜ ਨੇ ਗੁਰੂ ਜੀ ਨੂੰ ਧਾਰਮਿਕ ਤੇ ਕਵਿਤਾ ਉਤੇਜਨਾ ਦਿੱਤੀ। ਉਹ ਸਧਾਰਨ ਸਥਿਤੀ ਵਿੱਚੋਂ ਵੀ ਨੈਤਿਕ ਮਹੱਤਤਾ ਦੇ ਚਿੰਨ੍ਹ ਲੱਭ ਲੈਂਦੇ ਸਨ ਤੇ ਉਹਨਾਂ ਨੂੰ ਸਾਰ ਗਰਭਿਤ ਕਰ ਦਿੰਦੇ ਸਨ। ਗੁਰੂ ਅਰਜਨ ਵੀ ਗੁਰੂ ਨਾਨਕ ਵਾਂਗ ਹੀ ਆਪਣੇ ਅਗਾਧ ਜਜ਼ਬਾਤ ਨੂੰ ਪ੍ਰਗਟਾਉਂਦਾ ਹੈ। ਉਸ ਦੀ ਬਾਣੀ ਵਿੱਚ ਵਾਕੰਸ਼ਾਂ ਦੀ ਵਧੀਆ ਜੜਤ ਹੈ ਤੇ ਅਨੁਪ੍ਰਾਸ ਤੇ ਸ਼ਬਦਾਂ ਦੇ ਦੁਹਰਾਉ ਤੋਂ ਪੈਦਾ ਹੋਣ ਵਾਲੀ ਧੁਨ ਨਾਲ ਆਦਮੀ ਕੀਜਿਆ ਜਾਂਦਾ ਹੈ। ਨਿਰਸੰਦੇਹ ਗੁਰੂ ਅਰਜਨ ਭਾਸ਼ਾ ਦੇ ਸਭ ਸ਼ਾਇਰਾਂ ਨਾਲੋਂ ਵਧੇਰੇ ਗਾਇਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਸ਼ਾਇਦ ਸਭ ਗੁਰੂਆਂ 'ਚੋਂ ਸਭ ਤੋਂ ਵੱਡਾ ਵਿਦਵਾਨ ਸੀ। ਉਹ ਹਿੰਦੂ ਮਿਥਿਹਾਸ ਤੇ ਇਸਲਾਮੀ ਧਰਮ ਸ਼ਾਸਤਰ ਦਾ ਗਿਆਤਾ ਸੀ। ਉਸ ਨੇ ਬ੍ਰਿਜੀ, ਸੰਸਕ੍ਰਿਤ, ਫਾਰਸੀ ਤੇ ਪੰਜਾਬੀ ਵਿੱਚ ਰਚਨਾ ਕੀਤੀ। ਆਪਣੇ ਪੂਰਵਜਾਂ ਦੇ ਵਾਂਗ ਉਹ ਰੱਬ ਦੀ ਮਹਿਮਾ ਕਰਨ ਤੱਕ ਹੀ ਸੀਮਿਤ ਨਾ ਰਿਹਾ। ਉਸ ਦੀ ਰਚਨਾ ਦੀ ਸਦਾਚਾਰਕ ਤੇ ਰਾਜਸੀ ਮਹੱਤਤਾ ਹੈ। ਉਹਦੀ ਬੀਰ ਰਸੀ ਭਾਵਨਾ ਜੋ ਉਸ ਨੇ ਆਪਣੇ ਪੈਰੋਕਾਰਾਂ ਵਿੱਚ ਭਰੀ, ਉਸ ਦਾ ਪ੍ਰਗਟਾ ਔਰੰਗਜ਼ੇਬ ਨੂੰ ਲਿਖੇ ਪੱਤਰ ਜ਼ਫ਼ਰਨਾਮਾ ਦੀ ਸ਼ਕਤੀਸ਼ਾਲੀ ਕਵਿਤਾ ਵਿੱਚ ਮਿਲਦਾ ਹੈ। ਉਸ ਦਾ ਜਾਪ ਸਾਹਿਬ ਅੱਜ ਤੱਕ ਉਸ ਦੇ ਪੈਰੋਕਾਰਾਂ ਲਈ ਪ੍ਰੇਰਨਾ ਦਾ ਸਰੋਤ ਹੈ। ਜਨਮ ਸਾਖੀਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਇਹਨਾਂ ਬਾਰੇ ਪਹਿਲੀ ਜਿਲਦ ਵਿੱਚ ਵਰਣਨ ਕੀਤਾ ਗਿਆ ਹੈ ਕਿ ਇਹ ਸੰਦੇਹਪੂਰਨ ਇਤਿਹਾਸਿਕ ਮਹੱਤਤਾ ਦੀਆਂ ਹਨ, ਕਿਉਂਕਿ ਉਹ ਗੁਰੂ ਨਾਨਕ ਦੇ
ਅਕਾਲ ਚਲਾਣੇ ਤੋਂ ਮਗਰੋਂ ਲਿਖੀਆਂ ਗਈਆਂ ਤੇ ਕਈ ਮਹੱਤਵਪੂਰਨ ਨੁਕਤਿਆਂ ਤੇ ਇੱਕ ਦੂਸਰੀ ਦਾ ਖੰਡਨ ਕਰਦੀਆਂ ਹਨ। ਅੱਜ ਅਸੀਂ ਇਸ ਕਿਤਾਬ ਦੇ 434 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।